ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਜੀ ਬਿਘਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦਾ ਵਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਇਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ। ਔਰ ਛਤਰ ਤਖਤ ਤਾਜਾ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕਰਕੇ ਸਾਨੂੰ ਸਭਨਾਂ ਨੂੰ ਅੱਜ ਕੱਲ੍ਹ ਦੇ ਇਹਨਾਂ ਆਧੁਨਿਕ ਯੰਤਰਾਂ ਦੇ ਰਾਹੀਂ ਸਤਸੰਗ ਕਰਨ ਦੀਆਂ ਇਹ ਅਮੋਲਕ ਘੜੀਆਂ ਬਖਸ਼ੀਆਂ ਨੇ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਮੂਹ ਸੰਗਤ ਨੂੰ, ਸਮੂਹ ਗੁਰੂ ਨਾਨਕ ਨਾਮ ਲੇਵਾ ਪੰਥ ਨੂੰ ਧਰਮ ਦੀ ਚਾਦਰ, ਦੀਨ ਦੁਨੀਆ ਦੇ ਰਖਵਾਰੇ
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਮਤ ਕਰਨ, ਸਾਡੇ ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਆਪਣੀ ਧਰਮ ਰੂਪੀ ਚਾਦਰ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਵਾਜ ਦੇਣ। ਸਾਨੂੰ ਸਭਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼ ਵਰਤਾਉਣ। So ਆਓ ਪਿਆਰਿਓ, as you know previously with Gatha, I'll be speaking a little bit of Punjabi and English both as we go along. Firstly and foremostly, I'd like to send out congratulations, vadai to all of the Sangat, all of those who live by chanting the name of Dhan Guru Nanak on this, the 400th Gurpurab, the celebration of the coming onto the earth of Dhan Guru Tegh Bahadur Sahib Ji Maharaj, the protector of the meek, the defender of the poor. May Satguru Tegh Bahadur Sahib Ji Maharaj bless us and keep the hand of grace upon our heads. ਆਓ ਪਿਆਰਿਓ, ਥੋੜੀ ਜਿਹੀ ਆਪਾਂ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੇ ਵਿੱਚੋਂ ਇੱਕ ਪ੍ਰਸੰਗ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। I'm going to be looking at a prasang, a historical story from the life of Dhan Guru Tegh Bahadur Sahib Ji Maharaj. But before that, ਆਪਾਂ ਥੋੜਾ ਜਿਹਾ ਇਹ ਵਿਚਾਰ ਕਰੀਏ। ਅੱਜ ਦਾ ਦਿਨ ਸੀ, ਅੱਜ ਤੋਂ 400 ਸਾਲ ਪਹਿਲਾਂ ਈਸਵੀ ਸਨ ਦੇ ਮੁਤਾਬਕ 1621 ਦੇ ਵਿੱਚ ਅੰਮ੍ਰਿਤ ਵੇਲੇ ਤਕਰੀਬਨ ਸਵੇਰ ਦੇ 3 ਵਜੇ ਸਨ। It was around 3 AM 400 years ago, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਜਿਸ ਧਰਤੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਆ, ਉਸ ਪਾਵਨ ਪਵਿੱਤਰ ਧਰਤੀ ਉੱਤੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਹੋਇਆ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ entered this earth at Guru Ke Mahal, the residence of the Satguru in Sri Amritsar Sahib. And to all of the Sangat listening, if you've been to Amritsar Sahib and you haven't been to Guru Ke Mahal, make sure the next time, ਅੱਜ ਕੱਲ੍ਹ ਤੇ ਮੈਂ ਨਾਲ ਇਹ ਵੀ ਬੇਨਤੀ ਕਰਦੇ ਹਾਂ, ਕੋਵਿਡ ਕਰਕੇ ਅਸੀਂ ਤਰਸਦੇ ਪਏ ਹਾਂ ਕਿ ਕਦੋਂ ਗੁਰੂ ਧਾਮਾਂ ਦੀ ਦਰਸ਼ਨ ਕਰਾਂਗੇ। ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਕਈ ਵਾਰੀ ਸਾਨੂੰ ਵੇਲ ਹੀ ਨਹੀਂ ਹੁੰਦਾ 5 ਮਿੰਟ ਦਾ ਕਿ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰੀਏ। ਅੱਜ ਦੇਖੋ ਅੱਖਾਂ ਦੇ ਵਿੱਚੋਂ ਪਾਣੀ ਚੱਲਦਾ ਪਿਆ ਕਿ ਉੱਥੇ ਦਰਸ਼ਨ ਨਹੀਂ ਕਰਨ ਜਾ ਸਕਦੇ। ਸਾਧ ਸੰਗਤ ਜੀ, when you go to Amritsar Sahib next time, for many of us it's been nearly 2 or 3 years. Today tears run down our eyes. How many times have we been to Amritsar Sahib and we're in a mad rush? We rush into Darbar Sahib, we rush out of Darbar Sahib. Especially for those of us who live far away from Sri Amritsar Sahib. Next time you go there, take the time out to see that place where Guru Tegh Bahadur Sahib Ji entered onto this earth. ਅਗਲੀ ਵਾਰ ਜਦੋਂ ਅੰਮ੍ਰਿਤਸਰ ਸਾਹਿਬ ਜਾਵਾਂਗੇ ਤੇ ਗੁਰੂ ਕੇ ਮਹਿਲ ਦੀ ਮਿੱਟੀ ਨੂੰ ਚੁੱਕ ਕੇ ਆਪਣੇ ਮੱਥੇ ਨਾਲ ਲਾਈਏ। ਇਸ ਪਾਵਨ ਪਵਿੱਤਰ ਧਰਤੀ ਤੇ 9ਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਸੀ। When you go there next time, pick up the dust of Guru Ke Mahal, put it to your forehead. Take that dust of the place where Guru Tegh Bahadur Sahib Ji Maharaj entered onto this earth. Khair pyareo, 3 AM, Guru Ke Mahal, Mata Nanki ji is the respected Mata ji of Dhan Guru Tegh Bahadur Sahib Ji Maharaj. ਉਧਰ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂਗਾ। Many of us will have read online posts about this. Many of us will have listened to a little bit of katha about the coming onto the earth of Guru Tegh Bahadur Sahib Ji Maharaj, so I don't want to go into that very much. A little snippet for today. As Sache Padshah Ji Maharaj entered onto this earth, the Sikhs came on Guru Hargobind Sahib Ji Maharaj, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ, ਉਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਪਏ ਸੀ। ਸਿੱਖ ਨੇ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਨੂੰ ਇੱਕ ਖਬਰ ਦਿੱਤੀ ਕਿ ਮਹਾਰਾਜ ਵਧਾਈਆਂ ਹੋਣ,
ਆਪ ਜੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲਾਂ ਦੇ ਵਿੱਚ ਆਪ ਜੀ ਦੇ 5ਵੇਂ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ। ਸੱਚੇ ਪਾਤਸ਼ਾਹ ਜੀ is given this ਖਬਰ is given this news whilst listening to ਆਸਾ ਦੀ ਵਾਰ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲੱਖਾਂ ਕਰੋੜਾਂ ਅਣਗਿਣਤ ਸੂਰਜਾਂ ਨੂੰ ਮਾਤ ਪਾਉਣ ਵਾਲਾ ਚਿਹਰਾ ਆ। ਸ਼ਸਤਰਾਂ ਦੇ ਵਿੱਚ ਲਿਸ ਨੇ। ਮਹਾਰਾਜ ਜੀ ਦੀ ਕਲਗੀ ਦਮਕਾ ਪਈ ਮਾਰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠੇ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਸਿੱਖਾ ਇਹ ਦਾਤ ਹੈ ਗੁਰੂ ਨਾਨਕ ਸਾਹਿਬ ਦੀ। ਅਸੀਂ ਆਸਾ ਦੀ ਵਾਰ ਦਾ ਕੀਰਤਨ ਪੂਰਾ ਕਰਕੇ ਫਿਰ ਭੋਗ ਵੇਲੇ ਉੱਠਾਂਗੇ। Hearing this news, imagine hearing this news, standing there, and the Guru says, I will not leave until I've listened to Asa Diwar. Many of us say, ਅਸੀਂ ਆਸਾ ਦੀ ਵਾਰ ਦਾ ਕੀਰਤਨ ਸੁਣਾ। How long do we sit there? How many ਛੱਕੇ do we listen to? ਆਪਣੇ ਆਪ ਨੂੰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਦੀ ਇਤਿਹਾਸ, history is not dead. History is living, it is speaking even to this day. ਜਦੋਂ ਆਪਾਂ ਸਿੱਖ ਇਤਿਹਾਸ ਨੂੰ ਸੁਣਦੇ ਹਾਂ, I say many times, it is not his story, it is our story. ਜਦੋਂ ਆਪਾਂ ਇਤਿਹਾਸ ਨੂੰ ਸੁਣਦੇ ਹਾਂ, ਆਪਣੇ ਆਪ ਉੱਤੇ ਲਾਗੂ ਕਰੀਏ। ਅਸੀਂ ਕਿੰਨੇ ਕੁ ਛੱਕੇ ਸੁਣ ਕੇ ਆਸਾ ਦੀ ਵਾਰ ਦੇ ਤੇ ਵਿੱਚ ਹੀ ਉੱਠ ਖੜਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਆਸਾ ਦੀ ਵਾਰ ਦਾ ਭੋਗ ਪਵੇਗਾ ਫਿਰ ਜਾਵਾਂਗੇ। ਆਸਾ ਦੀ ਵਾਰ ਦਾ ਭੋਗ ਪਿਆ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠੇ। ਨਾਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨਾਲ ਸਨ। ਸੱਚੇ ਪਾਤਸ਼ਾਹ ਜੀ ਆਏ ਗੁਰੂ ਕੇ ਮਹਿਲਾਂ ਦੇ ਵਿੱਚ। ਜਦੋਂ ਆਏ, ਮਾਤਾ ਨਾਨਕੀ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਮੁਬਾਰਕ ਹੱਥਾਂ ਦੇ ਵਿੱਚ ਫੜਿਆ ਹੋਇਆ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸੀਸ ਝੁਕਾ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ bows down to their newborn son। ਬਾਬਾ ਬਿਧੀ ਚੰਦ ਜੀ ਨੇ ਪੁੱਛਿਆ, ਕਹਿੰਦੇ ਮਹਾਰਾਜ ਕਦੇ ਕਿਸੇ ਹੋਰ ਪੁੱਤਰ ਨੂੰ ਇਸ ਤਰ੍ਹਾਂ ਚੁੱਕ ਕੇ ਆਪ ਜੀ ਨੇ ਮੱਥਾ ਨਹੀਂ ਟੇਕਿਆ, ਦੱਸੋ ਇਹਦੇ ਵਿੱਚ ਕੀ ਕਰਾਮਾਤ ਹੈ। ਮਹਾਰਾਜ ਜੀ ਨੇ ਹੱਸ ਕੇ ਆਖਿਆ, ਕਹਿੰਦੇ ਬਿਧੀ ਚੰਦਾ ਦੀਨ ਰੱਛ ਸੰਕਟ ਹਰਨ ਸਦਾ ਯਹੀ ਪਹਿਚਾਨ। ਮੇਰਾ ਉਹ ਪੁੱਤਰ ਆ ਗਿਆ ਆ ਜਿਸ ਨੇ ਆਪਣੇ ਪਵਿੱਤਰ ਸਰੀਰ ਦਾ ਖੂਨ ਡੋਲ ਕੇ ਤੇ ਲੱਖਾਂ ਕਰੋੜਾਂ ਅਣਗਿਣਤ ਲੋਕਾਂ ਨੂੰ ਬਚਾ ਦੇਣਾ ਆ। ਜਿਸ ਮੇਰੇ ਪੁੱਤਰ ਨੇ ਆਪਣੀ ਕੁਰਬਾਨੀ ਦੇ ਕੇ ਐਸੀ ਇੱਕ ਕੁਰਬਾਨੀ ਕਰ ਦੇਣੀ ਹੈ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅੱਗੇ ਲਿਖਿਆ ਦਸਮ ਦੀ ਬਾਣੀ 'ਚ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਧਨ। Guru Hargobind Sahib Ji is asked by Bahadur Baba Bidhi Chand Ji, why did you bow to this son? You haven't bowed to any of your other children. Maharaj says, this son of mine will spill his blood in order to defend the defenseless. That is why my head bows, because what my son is going to do has never been done before and will never be done again. ਆਓ ਪਿਆਰਿਓ, ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਨੂੰ ਸੁਣੀਏ। Let us listen to the ਇਤਿਹਾਸ today। ਜਿੱਥੇ ਜਿੱਥੇ ਵੀ ਆਪਾਂ ਬੈਠੇ ਹਾਂ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਪੰਕਤੀਆਂ ਆਪਣੀ ਰਸਨਾ ਤੇ ਲਿਆਈਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਿੱਖਾ ਇੱਕ ਕੰਮ ਕਰ, ਇਹ ਤੈਨੂੰ ਜਾਪਦਾ ਹੈ ਕਿ ਨਾਮ ਵਾਲੇ ਪੱਖੋਂ ਕੰਗਾਲ ਆ ਮੈਂ, ਜੇ ਤੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੇਰਾ ਕੋਈ ਨਹੀਂ ਹੈਗਾ ਸੰਸਾਰ ਵਿੱਚ, ਆਪਣੀ ਰਸਨਾ ਦੇ ਉੱਤੇ ਕਹਿ ਧੰਨ ਗੁਰੂ ਤੇਗ ਬਹਾਦਰ। ਜਿੱਥੇ ਵੀ ਮੇਰੇ ਪਿਤਾ ਨੂੰ ਕੋਈ ਯਾਦ ਕਰੇਗਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਦੁਨੀਆ ਦੇ ਤੇ ਅਗਲੇ ਜਹਾਨ ਦੇ ਖਜ਼ਾਨੇ ਜਿਹੜੇ ਆ ਉਹ ਲੁਟਾ ਕੇ ਰੱਖ ਦੇਣਗੇ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ says in ਭਗਉਤੀ ਕੀ ਵਾਰ, Maharaj says, if you remember my father, whenever you feel that you have no wealth, I don't just mean rupiye or pounds or dollars, when you feel that you are poor on spiritual wealth, when you feel there is no one standing next to you, say Dhan Guru Tegh Bahadur, remember the ninth Guru. Guru Gobind Singh Ji Maharaj says, my father will be standing there next to you। ਸਭ ਥਾਈ ਹੋਏ ਸਹਾਏ। ਐਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਸੁਣੀਏ। ਜਿੱਥੇ ਜਿੱਥੇ ਵੀ ਸੰਗਤ ਬੈਠੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। Guru Tegh Bahadur Sahib Ji Maharaj. The Itihas that we are going to listen to today, when Sache Padshah Ji Maharaj is traveling in the east of India, Sache Padshah Ji Maharaj ਨੇ ਜਦੋਂ ਜਿੱਥੇ ਅੱਜ ਬੰਗਲਾਦੇਸ਼ ਆ, ਅਸਾਮ ਆ, ਉਸ ਵੱਲ ਨੂੰ ਪੂਰਬ ਵਾਲੇ ਪਾਸੇ ਨੂੰ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਿਆਨਾ ਕੀਤਾ ਤੇ ਉਸ ਵੇਲੇ ਦਾ ਜਿਹੜਾ ਪ੍ਰਸੰਗ ਆ ਆਪਾਂ ਸਰਵਣ ਕਰਨਾ ਆ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਇਤਨੇ ਦਿਨਾਂ ਦੇ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਯਾਤਰਾ ਤੇ ਜਾ ਰਹੇ ਨੇ। Guru Tegh Bahadur Sahib Ji Maharaj is traveling in the east of India, where Assam and now present day Bangladesh is. After a few days, ਇਹ ਵੀ ਨਾਲ ਦੱਸ ਦਈਏ who is Maharaj traveling with. ਪਿਆਰਿਓ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕਿਸ਼ਨ ਸਿੰਘ ਰਾਜੇ ਦਾ ਨਾਮ ਲਿਖਿਆ ਆ। ਜਿਹੜੇ ਸੰਪਰਦਾਇ ਮਹਾਪੁਰਸ਼ ਆ ਉਹ ਦੱਸਦੇ ਆ ਕਿ ਉਸ ਰਾਜੇ ਦਾ ਨਾਮ ਰਾਜਾ ਰਾਮ ਸਿੰਘ ਸੀ। Because many of you will read this in Gur Pratap. Sampradai scholars tell us it was Raja Ram Singh, the Guru Tegh Bahadur Sahib Ji Maharaj was traveling with. Sache Padshah Ji Maharaj ਉਸ ਪਾਸੇ ਪੂਰਬ ਵਾਲੇ ਪਾਸੇ ਰਾਜਾ ਰਾਮ ਸਿੰਘ ਜੀ ਤੇ ਉਹਨਾਂ ਦੀ ਫੌਜਾਂ ਨਾਲ ਜਾ ਰਹੇ ਹਨ। ਰਾਜਾ ਰਾਮ ਸਿੰਘ ਦੀ ਫੌਜ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਢਾਕੇ ਸ਼ਹਿਰ ਵਿੱਚ ਪਹੁੰਚ ਗਏ ਨੇ। Along with the army of Raja Ram Singh, Satguru Tegh Bahadur Sahib Ji Maharaj reaches the city of Dhaka। ਹਾਂਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰਾਜੇ ਨੂੰ ਆਖਿਆ ਆਪਣੀਆਂ ਫੌਜਾਂ ਦਾ ਉਤਾਰਾ ਬਾਹਰ ਕਰੋ ਸ਼ਹਿਰ ਤੋਂ। ਸੱਚੇ ਪਾਤਸ਼ਾਹ made all of the soldiers of Raja Ram Singh lay their encampments outside the city। ਹਾਂਜੀ, ਆਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਕਹਿੰਦੇ ਮਹਾਰਾਜ ਆਪ ਜੀ ਨੇ ਕਿੱਥੇ ਚਰਨ ਪਾਉਣੇ ਆ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਸੀਂ ਸ਼ਹਿਰ ਦੇ ਵਿੱਚ ਜਾਵਾਂਗੇ। This was unusual for the Guru. The Guru would usually go outside the cities and outside the towns. But this time, Guru Tegh Bahadur Sahib Ji Maharaj themselves is saying, I will go into the city of Dhaka। ਸੱਚੇ ਪਾਤਸ਼ਾਹ ਜੀ ਮਹਾਰਾਜ ਆਮ ਕਰਕੇ ਸ਼ਹਿਰਾਂ ਤੋਂ, ਪਿੰਡਾਂ ਤੋਂ, ਕਸਬਿਆਂ ਤੋਂ ਬਾਹਰ ਡੇਰਾ ਲਾਉਂਦੇ ਸੀ। ਸਿੱਖਾਂ ਨੇ ਪੁੱਛਿਆ ਮਹਾਰਾਜ ਕਿੱਥੇ ਡੇਰੇ ਲਾਉਣੇ ਆ? ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਸ਼ਹਿਰ ਦੇ ਵਿੱਚ ਜਾਵਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਦੇ ਪਏ ਨੇ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਾਨੂੰ ਦੱਸਦੇ ਪਏ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ is telling us the reason। ਢਾਕੇ ਸ਼ਹਿਰ ਦੇ ਵਿੱਚ ਗੁਰੂ ਘਰ ਦਾ ਸੇਵਕ, ਗੁਰੂ ਘਰ ਦਾ ਮਸੰਦ ਰਹਿੰਦਾ ਸੀ। In the city of Dhaka, there lived a masand of the Guru's house। ਹਾਂਜੀ, ਜਿਹੜਾ ਸੱਚੇ ਪਾਤਸ਼ਾਹ ਜੀ ਦੀ ਬਹੁਤ ਸੇਵਾ ਕਰਦਾ ਭਾਈ ਬਲਾਕੀ ਦਾਸ ਇਸ ਢਾਕੇ ਸ਼ਹਿਰ ਵਿੱਚ ਰਹਿੰਦਾ ਆ। ਬਲਾਕੀ ਦਾਸ ਮਸੰਦ ਲਿਵਸ ਇਨ ਦ ਸਿਟੀ ਆਫ ਢਾਕਾ। ਹਾਂਜੀ, ਉਸ ਵੇਲੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੱਸਦੇ ਆ ਕਿ ਭਾਈ ਬਲਾਕੀ ਦਾਸ ਦੀ ਮਾਤਾ ਜਿਹੜੀ ਆ ਗੁਰੂ ਘਰ ਦੇ ਨਾਲ ਬਹੁਤ ਪ੍ਰੇਮ ਕਰਨ ਵਾਲੀ ਆ, ਬਹੁਤ ਬਿਰਧ ਹੋ ਗਈ ਆ। ਬਲਾਕੀ ਦਾਸ his mother is deeply in love with the Guru's Sikhi। And Kavi Raj Pai Santokh Singh Ji tells us when Guru Tegh Bahadur Sahib Ji entered the city of Dhaka, Pai Balaki Das Ji's mother was very elderly and frail। ਹਾਂਜੀ, ਪਰ ਭਾਵੇਂ ਸਰੀਰ ਜਿਹੜਾ ਬਜ਼ੁਰਗ ਹੋ ਗਿਆ ਆ, ਦਿਲ ਦੇ ਅੰਦਰ ਇੱਕ ਆਸ ਜਾਗੀ ਹੈ। ਫਿਰ ਦੇਖਣ ਕੀ ਆਸ, ਆਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਤੋਂ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਮਿਲ ਮੇਰੇ ਪ੍ਰੀਤਮਾ ਜੀਓ ਹਉ ਤੁਧ ਬਿਨ ਖਰੀ ਨੀ ਮਾਣੀ। ਮਾਤਾ ਦਿਨ ਰਾਤ ਅਰਦਾਸਾਂ ਕਰਦੀ ਆ, ਇਹ ਗੁਰੂ ਤੇਗ ਬਹਾਦਰ ਸਾਰਿਆਂ ਦੀ ਅਰਦਾਸ ਸੁਣਨ ਵਾਲੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਸੱਚੇ ਪਾਤਸ਼ਾਹ ਮਹਾਰਾਜ when they entered in, Bhai Balaki Das's mother, even though her body is frail, she's crying out to do the darshan of the Guru। ਹਾਂਜੀ,
ਆਪਣੇ ਘਰ ਦੇ ਵਿੱਚ ਪ੍ਰੇਮ ਦੇ ਨਾਲ ਭਰੀ ਪਈ ਹੈ ਮਾਤਾ। ਤੇ ਪਿਆਰਿਓ ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਮਾਤਾ ਨੇ ਨਾ ਇੱਕ ਮੰਜਾ ਜਿਹੜਾ ਆ, ਮੰਜਾ ਸਾਹਿਬ ਕਹਿ ਲਈਏ ਜਾਂ ਮੰਜੀ ਸਾਹਿਬ ਕਹਿ ਲਈਏ, ਮਹਾਰਾਜ ਵਾਸਤੇ ਇੱਕ ਨਵਾਂ ਪਲੰਗ ਜਿਹੜਾ ਆ ਜਾਂ ਮੰਜਾ ਜਿਹੜਾ ਤਿਆਰ ਕਰਵਾਇਆ। ਬਲਾਕੀ ਦਾਸ ਹਿਜ਼ ਮਦਰ, she has got a new palanquin or a charpoy as they say in the English translations, a manja made for the Guru, ਕਿ ਮੇਰੇ ਸੱਚੇ ਪਾਤਸ਼ਾਹ ਜੀ ਆਉਣਗੇ ਇਸ ਮੰਜੇ ਦੇ ਉੱਤੇ ਬਿਰਾਜਮਾਨ ਹੋਣਗੇ। ਹਾਂਜੀ, she's covered this manja with beautiful clothes, ਬੜੀ ਸੁੰਦਰ ਚਾਦਰ ਦੇ ਨਾਲ ਇਸ ਮੰਜੇ ਨੂੰ ਢਕਿਆ ਹੋਇਆ ਹੈ। ਸੇਜਬੰਦ ਕੀ ਹੁੰਦੇ ਆ, ਰੇਸ਼ਮ ਦੀਆਂ ਡੋਰਾਂ ਹੁੰਦੀਆਂ ਨੇ, ਉਹਨਾਂ ਦੇ ਨਾਲ ਉਹਨਾਂ ਚਾਦਰਾਂ ਨੂੰ ਬੰਨ੍ਹ ਦਿੱਤਾ ਜਾਂਦਾ ਆ। ਜਿੱਥੇ ਸਿਰਹਾਣਾ ਰੱਖੀਦਾ ਨਾ, ਕਿਉਂਕਿ ਸਾਨੂੰ ਹੁਣ ਵੀ ਪਤਾ ਆ ਕਿ ਜਿਹੜੀਆਂ ਸਾਡੇ ਮੰਜੇ ਉਹਨਾਂ ਦੀਆਂ ਚਾਦਰਾਂ ਇਕੱਠੀਆਂ ਹੋ ਜਾਂਦੀਆਂ ਆ, ਤੇ ਪੁਰਾਣੇ ਸਮੇਂ ਦੇ ਵਿੱਚ ਕੀ ਕਰਦੇ ਹੁੰਦੇ ਸੀ ਕਿ ਰੇਸ਼ਮ ਦੀਆਂ ਚਾਦਰਾਂ ਦੇ ਨਾਲ ਉਹ ਬੰਨ੍ਹ ਦਿੰਦੇ ਹੁੰਦੇ ਸੀ ਕਿ ਚਾਦਰ ਜਿਹੜੀ ਆ ਉਹ ਕਿਤੇ ਸਲਿੱਪ ਨਾ ਹੋ ਜਾਏ, ਕਿਤੇ ਉਹ ਚਾਦਰ ਜਿਹੜੀ ਆ ਅੱਗੇ ਪਿੱਛੇ ਨਾ ਹੋ ਜਾਏ। ਸੇਜਬੰਦ A little silk, ਮੈਂ ਤਾਂ ਦੱਸ ਰਿਹਾ ਹਾਂ ਕਿਉਂਕਿ ਇਹ ਤਸਵੀਰ ਮਨ ਵਿੱਚ ਬਣੀ। As we're listening to this katha, let us travel to Dhaka all those years ago. Let us see Balaki Das and his mother. Balaki Das, his mother, they've got silk ropes, and these little silk ropes tie down the chadar. They're called sejband, so that the chadar doesn't move on the manja, so that the cloth which they've put down on that charpoi doesn't move. Hanji. ਤੇ ਪਿਆਰਿਓ, ਮਾਤਾ ਕੀ ਕਰਦੀ ਆ, ਅੰਮ੍ਰਿਤ ਵੇਲੇ ਉੱਠ ਕੇ ਤੇ ਉਸ ਮੰਜੇ ਦੀ ਪੂਜਾ ਕਰਦੀ ਆ। ਹੁਣ ਆਪਾਂ ਸੁਣਾ ਕਈ ਕਹਿਣਗੇ ਜੀ ਆ ਮੰਜਿਆਂ ਦੀ ਆ ਪੂਜਾ, ਇਹ ਗੱਲਾਂ ਹੋ ਰਹੀਆਂ ਆ, ਇਹ ਹੋ ਰਿਹਾ, ਉਹ ਹੋ ਰਿਹਾ ਆ। ਮਾਤਾ ਦੇ ਅੰਦਰ ਇਹ ਸ਼ਰਧਾ ਆ ਕਿ ਮੇਰੇ ਸਤਿਗੁਰੂ ਇੱਥੇ ਆਉਣਗੇ। That's what you call ਸ਼ਰਧਾ, not what we have. ਸਾਡੀ ਸ਼ਰਧਾ 2 ਮਿੰਟ ਤੱਕ ਹੁੰਦੀ ਆ, 2 ਮਿੰਟ ਬਾਅਦ ਫੇਰ ਚਲੇ ਜਾਂਦੀ ਆ। ਮਾਤਾ ਜੀ ਸ਼ਰਧਾ, ਮਾਤਾ ji's faith is so much that she does puja, she worships that place because she knows that my Guru will listen to my cry. ਮੇਰਾ ਗੁਰੂ ਤੇਗ ਬਹਾਦਰ ਮੇਰੀ ਅਰਦਾਸ ਸੁਣ ਰਿਹਾ ਆ, not ਸੁਣੇਗਾ, ਸੁਣ ਰਿਹਾ ਆ। ਮਾਤਾ has that firm faith that my Guru is listening. ਸਦ ਸੁਣਦਾ, ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਦੇ ਕੰਨ ਸੁਣੋ ਅਰਦਾਸ ਜੀਓ। That is the type of faith that she has. And she worships that place because she knows that my Guru Tegh Bahadur will come. They will listen to my pleas of love and they will sit upon this manja. Mata roj poojdiya, she devotionally worships that place every day. Hanji. ਹਿਰਦੇ ਦੇ ਵਿੱਚ ਇਸ ਤਰ੍ਹਾਂ ਮਨੋਰਥ ਧਾਰਿਆ, in her heart she has this desire. ਹਾਂਜੀ, ਜਦੋਂ ਮੇਰੇ ਸਤਿਗੁਰੂ ਜੀ ਇਸ ਮੰਜੇ ਦੇ ਉੱਤੇ ਆਣ ਕੇ ਤੇ ਤਸ਼ਰੀਫ ਲਾਉਣਗੇ, when my Guru comes and sits upon this charpoi, ਹਾਂਜੀ, ਉਸ ਵੇਲੇ ਮੇਰੇ ਸਾਰੇ ਕੰਮ ਜਿਹੜੇ ਪੂਰੇ ਹੋ ਜਾਣਗੇ। when my Guru comes and sits upon this place, and everything in my life will be achieved. ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ। ਤੂਲ ਸੁਧਾਰੇ, ਤੂਲ ਸੁਧਾਰੇ ਕਹਿੰਦੇ ਵੀ ਜਿਹੜੇ ਤੂਲ ਰੂਈ ਨੂੰ ਕਹਿੰਦੇ ਆ, ਉਹ ਆਪਣੇ ਹੱਥਾਂ ਦੇ ਨਾਲ ਰੂਈ ਸਾਫ਼ ਕੀਤੀ ਸੀ ਮਾਤਾ ਨੇ। ਕਾਟਨ, ਪਹਿਲਾਂ ਤਾਂ ਮੰਜਾ ਤਿਆਰ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਸਤੇ, ਤੇ ਦੂਜੀ ਗੱਲ ਕਿ ਬਹੁਤ ਸਾਰੀ ਰੂਈ ਇਕੱਠੀ ਕਰਕੇ ਤੇ ਉਹਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ। she got cotton with her own hands, she strung it out। ਹਾਂਜੀ, ਉਸ ਰੂਈ ਨੂੰ ਆਪ ਕੱਤਿਆ ਚਰਖੇ ਦੇ ਉੱਤੇ। she put she made the cotton into threads on the charkha, on the spinning wheel herself। ਪੁਰਾਣੇ ਸਮੇਂ ਦੀਆਂ ਗੱਲਾਂ ਹੁੰਦੀਆਂ ਸੀ ਸਾਧ ਸੰਗਤ ਜੀ,
ਇਹ ਚਰਖਾ ਕੱਤਦੀਆਂ ਹੁੰਦੀਆਂ ਸੀਗੀਆਂ ਮਾਈਆਂ। This is the old time of the spinning wheel। ਮਾਤਾ ਨੇ ਆਪ ਚਰਖਾ ਕੱਤਿਆ, ਨਾਲ ਚਰਖਾ ਕੱਤ ਰਹੀ ਹੈ, ਨਾਲ ਬਾਣੀ ਪੜ੍ਹਦੀ ਹੈ ਦਿਨ ਰਾਤ, ਨਾਲ ਕਹਿੰਦੀ ਹੈ ਮੇਰੇ ਸਤਿਗੁਰੂ ਜੀ ਕਦੋਂ ਆਉਣਗੇ। When she's making this, she's spinning the spinning wheel, and in her heart, the love of Guru Tegh Bahadur is spinning। ਹਾਂਜੀ। ਬਹੁਤ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਵਾਸਤੇ ਬਸਤਰ ਵੀ ਤਿਆਰ ਕਰ ਲਏ। Mata has got a beautiful set of clothes, a robe made for the Guru with her own hands। ਹਾਂਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵਾਸਤੇ ਬਹੁਤ ਸੁੰਦਰ ਪੁਸ਼ਾਕ ਬਣਾ ਲਈ ਹੈ। She makes these beautiful clothes in order for Guru Sahib to wear them। ਹਾਂਜੀ। ਉਹ ਜਿੱਥੇ ਮੰਜਾ ਆ, ਉਸ ਮੰਜੇ ਦੇ ਉੱਤੇ ਉਸ ਚੋਲੇ ਨੂੰ ਰੱਖਿਆ ਆ ਤੇ ਧੂਪ ਜਗਾਉਂਦੀ ਹੈ, ਉਸ ਥਾਂ ਦੇ ਉੱਤੇ ਘਿਓ ਦੇ ਦੀਵੇ ਬਾਲ ਕੇ ਪੂਜਾ ਕਰਦੀ ਹੈ। How does she worship that place? She lights dive, she lights uh, candles or lamps which are lit with ghee, with clarified butter, and she does tuv, she lights incense around that place। ਸਾਰਿਓ ਅੱਜ ਵੀ ਇਹ ਸਾਡੀ ਪੁਰਾਣੀ ਮਰਿਆਦਾ ਹੁੰਦੀ ਸੀ, ਹੁਣ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋਤ ਜਗਦੀ ਆ। This is part of worshipping the Guru। Lighting lamps of ghee is something which Sikhs have done for countless years। And in this way, Balaki Das's Mata, she lights these lamps of ghee, she lights incense around that manja where the Guru is going to come, and to those clothes that the Guru is going to wear। ਹੁਣ ਆਪਾਂ ਆਪਣੇ ਆਪ ਨੂੰ ਪੁੱਛੀਏ, ਜਦੋਂ ਅਸੀਂ ਰਮਾਲਾ ਸਾਹਿਬ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ, ਕਿ ਕਦੇ ਇੰਨਾ ਪਿਆਰ ਕੀਤਾ ਉਸ ਰਮਾਲੇ ਦੇ ਨਾਲ? ਇਸ ਰਮਾਲੇ ਨੇ ਮੇਰੇ ਗੁਰੂ ਸਾਹਿਬ ਦੇ ਅੰਗਾਂ ਨਾਲ ਛੂਹਣਾ ਹੈ। Ask yourself this question listening to this katha। How many times have you taken a Ramallah Sahib to the Gurdwara? How many times have you thought this Ramallah is going to touch the body of my Satguru? ਆਪਣੇ ਆਪ ਨੂੰ ਪੁੱਛੀਏ। Think about that। Countless times we've been to the Gurdwara, countless times we come back, we take the Ramallah Sahib, we put it down, in and out bus। Look how much love Balaki Das's Mata have। We talk about Bhagti, ਸਾਨੂੰ ਭਗਤੀ ਦੇ ਅਰਥ ਹੀ ਨਹੀਂ ਪਤਾ। ਭਗਤੀ ਇਹ ਹੁੰਦੀ ਹੈ ਸਾਧ ਸੰਗਤ ਜੀ, this is ਭਗਤੀ। What Balaki Das's Mata is doing, this is devotional worship। ਇਹਨੂੰ ਕਹਿੰਦੇ ਨੇ ਭਗਤੀ, ਇਹਨੂੰ ਕਹਿੰਦੇ ਨੇ ਪ੍ਰੇਮ। ਰੋਜ਼ ਬੈਠ ਕੇ ਧਿਆਨ ਧਰਦੀ ਆ ਕਿ ਮੇਰੇ ਸਤਿਗੁਰੂ ਕਦੋਂ ਦਰਸ਼ਨ ਦੇਣਗੇ। In her heart she has this desire। ਕੰਖੀ ਇੱਕ ਹੈ ਦਰਸ ਤੁਹਾਰੋ, ਨਾਨਕ ਓਨ ਸੰਗ ਮੋਹਿ ਉਧਾਰੋ। Kanki means desire। That's a quote from Sukhmani Sahib। Mataji has that desire, when will my Guru come and give me the darshan? Hanji। ਮਾਤਾ ਜੀ ਕਹਿੰਦੇ ਨੇ ਕਿ ਮੈਂ ਬਜ਼ੁਰਗ ਹੋ ਗਈ ਹਾਂ, ਮੇਰੀ ਉਮਰ ਜਿਹੜੀ ਬੀਤ ਗਈ ਆ। I am old and frail। ਹਾਂਜੀ। My life is running out। ਹਾਂਜੀ। ਜਿੱਥੇ ਉਮਰ ਵੱਧਦੀ ਜਾ ਰਹੀ ਆ, ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਤਾ ਦਾ ਪਿਆਰ ਵੀ ਵੱਧਦਾ ਜਾ ਰਿਹਾ। That is what you call ਜੀਵਨ ਸਫਲ ਜੀਵਨ। ਇਹੋ ਜਿਹਾ ਆ ਸਿੱਖ ਦਾ ਜੀਵਨ। This is the life of a Sikh। She is getting older, but she is falling deeper in love with Satguru ji। ਆਪਣੇ ਹਿਰਦੇ ਚ ਅਰਦਾਸ ਕਰਦੀ ਹੈ, ਸੱਚੇ ਪਾਤਸ਼ਾਹ ਦਇਆ ਕਰੋ, ਮੇਰੇ ਘਰ ਵਿੱਚ ਚੱਲ ਕੇ ਆਓ। Come and bless my house with your blessed vision। ਹਾਂਜੀ। ਇਸ ਮੰਜੇ ਦੇ ਉੱਤੇ ਆਣ ਕੇ ਤੇ ਸੋਭਾ ਪਾਓ, ਸੱਚੇ ਪਾਤਸ਼ਾਹ। Come and bless me, sit upon this charpoy, this ਮੰਜਾ। ਹਾਂਜੀ। ਮਹਾਰਾਜ ਮੈਂ ਚਾਹੁੰਦੀ ਹਾਂ ਕਿ ਮੇਰੇ ਹੱਥਾਂ ਦਾ ਬਣਿਆ ਹੋਇਆ ਇਹ ਚੋਲਾ ਤੁਹਾਡੇ ਗਲ ਦੇ ਵਿੱਚ ਸਜੇ, ਤੁਹਾਡੇ ਇਸ ਪਾਵਨ ਪਵਿੱਤਰ ਸਰੀਰ ਤੇ ਸਜੇ। I would like you to wear these clothes made by my hand। ਹਾਂਜੀ। ਪਾਤਸ਼ਾਹ ਮੈਂ ਚਾਹੁੰਦੀ ਹਾਂ ਕਿ ਮੈਂ ਭੋਜਨ ਬਣਾਵਾਂ ਤੇ ਆਪ ਜੀ ਛਕੋ। I want you to eat this food। ਸੱਚੇ ਪਾਤਸ਼ਾਹ I want to be able to cook for you। ਮਾਤਾ ਜੀ ਕਹਿੰਦੇ ਨੇ ਕਿ ਮੈਂ ਲੰਗਰ ਤਿਆਰ ਕਰਾਂ ਤੇ ਆਪ ਜੀ ਨੂੰ ਛਕਾਵਾਂ। ਕੀ ਹੋਇਆ? As we heard at the beginning of the prasang, ਸੱਚੇ ਪਾਤਸ਼ਾਹ ਜੀ ਮਹਾਰਾਜ heard these cries। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ,
ਆਵੈ ਧਾਏ ਸਭ ਥਾਈ ਹੋਏ ਸਹਾਏ। ਮਹਾਰਾਜ ਜੀ hears these prayers, ਮਹਾਰਾਜ ਜੀ ਨੇ ਅੰਤਰਜਾਮੀ, ਮਹਾਰਾਜ ਜੀ knows ਘਟ ਘਟ ਕੇ ਅੰਤਰ ਕੀ ਜਾਣਤ। Maharaj knows that she's doing these prayers day and night. Maharaj ji travels to her house, ਹਾਂਜੀ। ਇਹ ਪਾਤਸ਼ਾਹ ਮਹਾਰਾਜ ਭਾਈ ਬਲਾਕੀ ਦਾਸ ਜੀ ਦੇ ਘਰ ਦੇ ਰਸਤੇ ਤੇ ਜਾ ਰਹੇ ਨੇ। ਮਹਾਰਾਜ ਜੀ starts going upon the path towards ਬਲਾਕੀ ਦਾਸ's house, ਹਾਂਜੀ। ਇਹ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਖੜੇ ਹੋ ਜਾਂਦੇ ਆ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਹਰ ਆਪਨੜਾ ਖੜੀ ਤੱਕਾਂ ਮੈਂ ਮਨ ਚਾਓ ਹਨੇਰਾ ਰਾਮ। ਸੱਚੇ ਪਾਤਸ਼ਾਹ ਜੀ ਮਹਾਰਾਜ travels to their door, ਮਹਾਰਾਜ ਜੀ ਉੱਥੇ ਖੜੇ ਨੇ ਉਹਨਾਂ ਦੇ ਦਰਵਾਜ਼ੇ ਤੇ। ਅੰਦਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੇਵਕ ਭੇਜੇ, ਕਹਿੰਦੇ ਮਾਤਾ ਨੂੰ ਦੱਸ ਕੇ ਆਓ, ਜਿਹਦੇ ਵਾਸਤੇ ਅਰਦਾਸਾਂ ਕਰਦੀ ਆ, ਜਿਹਦੇ ਵਾਸਤੇ ਦਿਨ ਰਾਤ ਆਪਣੇ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਜਲ ਵਹਾਉਂਦੀ ਆ, ਉਹ ਆ ਗਏ ਨੇ। ਮਹਾਰਾਜ ਜੀ sends a Sikh to go and tell the mother of Balaki Das that they have arrived, ਹਾਂਜੀ। ਅਰਬਰਾਏ ਮੀਨਸ ਐਕਸਾਈਟਿਡ, ਇੱਕਦਮ ਨਾ ਚਾਅ ਚੜ ਗਿਆ, ਅਸਚਰਜ ਹੋ ਕੇ ਮਾਤਾ ਜਿਹੜੀ ਆ ਉਹ ਭੱਜੀ ਭੱਜੀ ਆਈ ਆ। ਮਾਤਾ ਬਲਾਕੀ ਦਾਸ comes running so unexpectedly, Satguru Maharaj ji turns up that she is amazed and she comes running to Satguru ji। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਉਤੇ ਸਿਰ ਰੱਖ ਦਿੱਤਾ। ਮਾਤਾ ਬਲਾਕੀ ਦਾਸ lays her head upon the blessed lotus feet of Guru Tegh Bahadur Sahib ji। ਸੱਚੇ ਪਾਤਸ਼ਾਹ ਮੈਂ ਅੱਜ ਦੇ ਦਿਨ ਤੋਂ ਬਲਿਹਾਰ ਜਾਵਾਂ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਮੈਂ ਕੁਰਬਾਨ ਜਾਵਾਂ, ਮੈਂ ਸਦਕੇ ਜਾਵਾਂ। I am a sacrifice to this moment, ਹਾਂਜੀ। ਜਿਸ ਘੜੀ ਜਿਸ ਪਲ ਆਪ ਜੀ ਨੇ ਮੇਰੀ ਆਸਾ ਪੂਰੀ ਕੀਤੀ ਹੈ। Imagine it in your heart, old Mata hardly slowly walking। ਸੱਚੇ ਪਾਤਸ਼ਾਹ ਜੀ ਮਹਾਰਾਜ enters into the house, Mata ji folds her hands and asks Guru ji to sit upon that ਮੰਜਾ। ਸੱਚੇ ਪਾਤਸ਼ਾਹ ਜੀ ਨੂੰ ਉਸ ਪਲੰਗ ਦੇ ਉੱਤੇ ਬਿਰਾਜਮਾਨ ਹੋਣ ਵਾਸਤੇ ਬੇਨਤੀ ਕਰਦੇ ਆ। ਮਾਤਾ ਬਲਾਕੀ ਦਾਸ ਜੀ ਦੇ ਮਾਤਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਪਲੰਗ ਦੇ ਉੱਤੇ ਬਿਰਾਜਮਾਨ ਹੁੰਦੇ ਆ। ਮਹਾਰਾਜ comes and sits upon that ਮੰਜਾ, ਹਾਂਜੀ। ਬਹੁਤ ਖੁਸ਼ੀ ਦੇ ਨਾਲ ਜਿਹੜੇ ਸੁੰਦਰ ਉਹ ਪੁਸ਼ਾਕ ਤਿਆਰ ਕੀਤੀ ਆ, ਉਹ ਸੱਚੇ ਪਾਤਸ਼ਾਹ ਜੀ ਵਾਸਤੇ ਉਹ ਕੱਢ ਕੇ ਲੈ ਕੇ ਆਈ ਹੈ ਮਾਤਾ। She brings the clothes that she has made for ਸਤਿਗੁਰੂ ਜੀ। ਜਿਹੜੇ ਆਪਣੇ ਹੱਥਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆ ਮਾਤਾ ਨੇ ਤਿਆਰ ਕੀਤੇ ਸੀ। Those clothes that ਮਾਤਾ ਜੀ had made whilst reciting the name of ਅਕਾਲ ਪੁਰਖ। ਬੜੇ ਪਿਆਰ ਦੇ ਨਾਲ ਮਾਤਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਹਿਨਣ ਵਾਸਤੇ ਮਹਾਰਾਜ ਜੀ ਨੂੰ ਅਰਪਣ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ is being offered these clothes by ਬਲਾਕੀ ਦਾਸ ਜੀ ਮਾਤਾ ਜੀ, ਹਾਂਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਜਿਹੜਾ ਚੋਲਾ ਆਪਣੇ ਪਵਿੱਤਰ ਸਰੀਰ ਤੇ ਸਜਾ ਲਿਆ। ਮਹਾਰਾਜ ਜੀ puts on those clothes that ਮਾਤਾ ਜੀ has made for them। ਤੇ ਮਾਤਾ ਜੀ ਕੀ ਕਰਦੇ ਆ, ਘਿਓ ਦੇ ਦੀਵੇ ਜਗਾਉਂਦੇ ਆ, ਧੂਫ ਕਰਦੇ ਆ, ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਦੇ ਆ। ਮਾਤਾ ਜੀ lights ghee lamps with clarified butter, they light incense and ਮਾਤਾ ਜੀ makes a great amounts of ਕੜਾਹ ਪ੍ਰਸ਼ਾਦ, ਹਾਂਜੀ। ਇਹ ਸਤਿਗੁਰੂ ਬਹੁਤ ਦਿਆਲੂ ਨੇ। ਉਸ ਸਤਿਗੁਰੂ ਜੀ ਦੀ ਪੂਜਾ ਕੀਤੀ ਆ। She worships the ਸਤਿਗੁਰੂ। ਕਦੇ ਉਹ ਦਿਨ ਸੀ ਜਦੋਂ ਮੰਜੇ ਦੇ ਉੱਤੇ ਚਾਦਰ ਵਿਛਾ ਕੇ ਉਹਦੀ ਪੂਜਾ ਕਰਦੀ ਸੀ ਮਾਤਾ, ਕਦੇ ਚੋਲੇ ਦੀ। ਹੁਣ ਉਸ ਚੋਲੇ ਨੂੰ ਸਜਾਉਣ ਵਾਲੇ ਚੋਜੀ ਪ੍ਰੀਤਮ ਆ ਗਏ ਆ। ਹੁਣ ਉਸ ਮੰਜੇ ਨੂੰ ਭਾਗ ਲਾਉਣ ਵਾਲੇ ਸੱਚੇ ਪਾਤਸ਼ਾਹ ਜੀ ਆ ਗਏ ਆ।
ਹੁਣ ਸੱਚੇ ਪਾਤਸ਼ਾਹ ਜੀ ਦੀ ਪੂਜਾ ਕਰਦੀ ਹੈ ਬਹੁਤ ਖੁਸ਼ੀ ਦੇ ਨਾਲ। ਸ਼ੀ ਵਰਸ਼ਿਪਸ ਧੰਨ ਗੁਰੂ ਤੇਗ ਬਹਾਦਰ ਸਾਹਿਬ। ਨਿਹਾਲ ਹੋ ਗਈ, ਸਾਰੇ ਦੁੱਖ ਦੂਰ ਹੋ ਗਏ ਉਹ ਬਿਰਧ ਮਾਤਾ ਦੇ। ਆਲ ਆਫ ਹਰ ਪੇਨਸ ਆਰ ਟੇਕਨ ਅਵੇ। ਹਾਂਜੀ। ਕਿਰਪਾਲੂ ਸਤਿਗੁਰੂ ਜੀ ਨੇ ਸਾਰੇ ਉਹਦੇ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਮਹਾਰਾਜ ਜੀ has filled her mind's desires। ਹਾਂਜੀ। ਜਦੋਂ ਸੱਚੇ ਪਾਤਸ਼ਾਹ ਜੀ ਨੂੰ ਉਸ ਪਲੰਗ ਸਾਹਿਬ ਦੇ ਉੱਤੇ ਬੈਠਿਆਂ ਦੇਖਦੀ ਆ ਨਾ, ਮਾਤਾ ਕੋਲੋਂ ਬੋਲਿਆ ਨਹੀਂ ਜਾਂਦਾ। ਅੱਖਾਂ ਦੇ ਵਿੱਚੋਂ ਪਾਣੀ ਚੱਲਦਾ ਆ। ਮਾਤਾ ਜੀ ਦੇ ਕੋਲੋਂ ਇੱਕ ਵੀ ਸ਼ਬਦ ਨਹੀਂ ਬੋਲਿਆ ਜਾ ਰਿਹਾ ਆ। ਮਾਤਾ ਜੀ is so overwhelmed that she cannot speak one word। ਹਾਂਜੀ। ਉਹ ਇਤਨੀ she is so overwhelmed that she cannot even praise ਸਤਿਗੁਰੂ। ਇਹ ਹੁੰਦਾ ਆ when you read the history of ਭਗਤ ਧਰੂ, ਜਦੋਂ ਭਗਤ ਧਰੂ ਨੂੰ ਅਕਾਲ ਪੁਰਖ ਨੇ ਦਰਸ਼ਨ ਦਿੱਤੇ ਤੇ ਭਗਤ ਧਰੂ ਕੋਲੋਂ ਬੋਲਿਆ ਨਹੀਂ ਸੀ ਜਾਂਦਾ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸ਼ੰਖ ਜਿਹੜਾ ਆ ਉਹ ਧਰੂ ਦੇ ਬੁੱਲਾਂ ਦੇ ਨਾਲ ਲਾਇਆ ਤਾਂ ਬੋਲਿਆ ਜਾ ਗਿਆ ਸੀਗਾ। ਨਾਨਕ ਪ੍ਰਕਾਸ਼ ਦੇ ਵਿੱਚ ਪ੍ਰਸੰਗ ਆਉਂਦਾ ਹੈ। ਭਗਤ ਧਰੂ was blessed with the vision of the divine। ਭਗਤ ਧਰੂ couldn't speak। ਕਬੀਰ ਜੀ says, ਕਹੋ ਕਬੀਰ ਗੂੰਗੇ ਗੁੜ ਖਾਇਆ पूछे तो क्या कहिए। What can be said at that point? Words cannot describe the indescribable। ਮਾਤਾ ਜੀ cannot even find any words to praise the Guru with। ਹਾਂਜੀ। ਖੁਸ਼ੀ ਦੇ ਜਲ ਦੇ ਨਾਲ ਅੱਖਾਂ ਭਰ ਗਈਆਂ। with tears of happiness ਮਾਤਾ ਜੀ's eyes are filled। ਹਾਂਜੀ। ਇਸ ਤਰ੍ਹਾਂ ਆ ਜਿਵੇਂ ਬਹੁਤ ਕੰਗਾਲ ਬੰਦੇ ਨੂੰ ਬਹੁਤ ਸਾਰਾ ਪੈਸਾ ਲੱਭ ਗਿਆ ਹੋਵੇ, ਇਸ ਤਰ੍ਹਾਂ ਖੁਸ਼ ਹੈ। like a poor person has found great wealth। that is how ਮਾਤਾ ਜੀ is। ਹਾਂਜੀ। ਜਿਵੇਂ ਚਕੋਰ ਜਿਹੜੀ ਆ ਚੰਦਰਮਾ ਵੱਲ ਵੇਖਦੀ ਰਹਿੰਦੀ ਹੈ। just like the ਚਕੋਰ bird always looks towards the moon। ਹਾਂਜੀ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵੱਲ ਵੇਖਦੀ ਹੈ ਮਾਤਾ। she concentrates upon the lotus feet of the ਸਤਿਗੁਰੂ। ਹਾਂਜੀ। ਦੇ ਖਜ਼ਾਨੇ ਸਤਿਗੁਰੂ ਨੇ ਉਸ ਮਾਤਾ ਦਾ ਪ੍ਰੇਮ ਦੇਖਿਆ। ਮਾਤਾ ਜੀ the love of ਸਤਿਗੁਰੂ ਜੀ the love of the ਮਾਤਾ of ਭਾਈ ਬਲਾਕੀ ਦਾਸ। ਹਾਂਜੀ। ਇਹਨਾਂ ਦੇ ਪ੍ਰੇਮ ਕਰਕੇ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ ਆ। ਮਹਾਰਾਜ ਜੀ sees the love of this ਮਾਤਾ। that is why ਮਹਾਰਾਜ ਜੀ came there। ਸਭ ਥਾਈਂ ਓਏ ਸਹਾਏ। it is the love that brought ਗੁਰੂ ਸਾਹਿਬ ਜੀ to their house। ਹਾਂਜੀ। ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਭਾਏਮਾਨ ਮੁਖਾਰਬਿੰਦ ਤੋਂ ਬਹੁਤ ਸੋਹਣੇ ਬਚਨ ਕਹੇ, ਬੜੇ ਮਿੱਠੇ ਬਚਨ ਕਹੇ। ਸੱਚੇ ਪਾਤਸ਼ਾਹ ਜੀ ਸਪੀਕਸ ਦੀ ਸਵੀਟ ਵਰਡਸ। ਹਾਂਜੀ। ਸਾਰਾ ਇਹ ਕਹਿੰਦੇ ਮਾਤਾ ਤੇਰੇ ਕਰਕੇ ਮੈਂ ਆਇਆ ਇੱਥੇ ਢਾਕੇ ਦੇ ਵਿੱਚ। I've come to this city because of you। ਸੱਚੇ ਪਾਤਸ਼ਾਹ ਜੀ says this to ਮਾਤਾ ਜੀ। ਹਾਂਜੀ। ਤੇਰਾ ਪ੍ਰੇਮ ਮੇਰੇ ਮਨ ਨੂੰ ਭਾ ਗਿਆ। your love has pleased me। ਹਾਂਜੀ। ਤੇ ਪਾਤਸ਼ਾਹ ਜੀ ਕਹਿੰਦੇ ਮੇਰਾ ਵੀ ਦਿਲ ਕੀਤਾ ਕਿ ਤੇਰਾ ਪ੍ਰੇਮ ਆਪ ਹਾਜ਼ਰ ਹੋ ਕੇ ਦੇਖੀਏ। ਮਹਾਰਾਜ says ਇੱਕ ਬਾਰ ਸਤਿਗੁਰ ਸਿਮਰਨ in ਭਾਈ ਗੁਰਦਾਸ ਜੀ's ਕਬਿਤ it says if you just remember the Guru once। ਸਿਮਰਨ ਤਾਏ ਬਾਰੰਬਾਰ ਗੁਰ ਹੇਤ ਹੈ। you will know that ਪੰਕਤੀ from ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ। they say if you just remember the Guru once the Guru remembers you again and again। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ says ਮਾਤਾ I wanted to see your love myself। ਹਾਂਜੀ। ਤੇਰਾ ਮਨੋਰਥ ਤੇਰੀ ਇੱਛਾ ਪੂਰੀ ਕਰ ਲਈ ਹੈ। ਆਪਣੇ ਘਰ ਦੇ ਵਿੱਚ ਬਿਠਾ ਕੇ ਮੇਰੇ ਦਰਸ਼ਨ ਕਰਨੇ ਸੀ ਨਾ ਉਹ ਪੂਰਾ ਹੋ ਗਿਆ ਆ। I have fulfilled your desire। You wanted me to come and sit upon this bed and do my darshan, see me। I have fulfilled that desire। ਹਾਂਜੀ।
ਹੁਣ ਜੋ ਮੰਗਣਾ ਮਾਤਾ ਸਾਨੂੰ ਦੱਸ ਦੇ, ਜੋ ਤੇਰੇ ਹਿਰਦੇ ਵਿੱਚ ਹੈ। ਹਰਿ ਨਾਉ ਨਿਧਿ ਆਵੈ ਧਾਇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਾਤਾ ਜੋ ਮੰਗਣਾ ਮੰਗ ਲੈ। Whatever you want to ask for, Guru Tegh Bahadur Sahib Ji says to Mata Ji, you can ask for it now. ਹਾਂਜੀ। ਜਦੋਂ ਇਹ ਗੱਲ ਸੁਣੀ ਨਾ, ਉਸ ਵੇਲੇ ਬਜ਼ੁਰਗ ਮਾਤਾ ਜਿਹੜੀ ਆ, ਉਹ ਸ਼ੀ ਇਜ਼ ਓਵਰਵੈਲਮਡ, ਅਧੀਨ, ਅਧੀਨ ਦੇ ਮਤਲਬ ਉਹ ਪ੍ਰੇਮ ਦੇ ਵੱਸ ਹੋ ਗਈ। ਸ਼ੀ ਕੈਨੋਟ ਸਪੀਕ, ਸ਼ੀ ਇਜ਼ ਸੋ ਓਵਰਵੈਲਮਡ। ਸਤਿਗੁਰੂ ਜੀ ਕਹਿ ਰਹੇ ਨੇ ਜੋ ਮੰਗਣਾ ਮੰਗ ਲੈ। ਮਾਤਾ ਗਦਗਦ ਹੋ ਗਈ ਆ। ਮਾਤਾ ਜੀ ਇਜ਼ ਓਵਰਵੈਲਮਡ ਐਟ ਦ ਲਵ ਆਫ ਸਤਿਗੁਰੂ ਜੀ। ਤੇ ਹੱਥ ਜੋੜ ਕੇ ਨਾ ਬੇਨਤੀ ਕੀਤੀ। She puts her hands together and she begs for a gift from ਸਤਿਗੁਰੂ ਜੀ। ਮਾਤਾ ਕਹਿੰਦੀ ਸੱਚੇ ਪਾਤਸ਼ਾਹ, ਦਰਸ਼ਨ ਕਰਕੇ ਮੈਂ ਰੱਜੀ ਨਹੀਂ। ਮੈਂ ਰੋਜ਼ ਦਰਸ਼ਨ ਕਰਨੇ ਆ, ਜਿਵੇਂ ਅੱਜ ਕਰ ਰਹੀ ਹਾਂ। ਮਾਤਾ ਜੀ says, I am not fulfilled doing your darshan. Every day I want to have your blessed vision। ਹਾਂਜੀ। ਜਦੋਂ ਤੱਕ ਮੇਰੇ ਇਸ ਸਰੀਰ ਦੇ ਵਿੱਚ ਪ੍ਰਾਣ ਆ, until I am alive, until I am breathing, I want to be blessed with this gift of having your darshan daily। ਹਾਂਜੀ। ਇਹੋ ਹੀ ਆਸ ਆ ਮੇਰੀ, ਇਹੀ ਮੇਰੀ ਬੇਨਤੀ ਆ, ਇਹੀ ਮੇਰੀ ਅਰਦਾਸ ਆ। This is my one desire। ਹਾਂਜੀ। ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ ਕੇ ਤੇ ਖੁਸ਼ ਕਰਦੇ ਰਹੋ। Bless me with the gift of your darshan, that is what will give me happiness in this world। ਪਿਆਰਿਓ, ਕਿਤੇ ਇਹ ਗੱਲ ਸਾਡੇ ਹਿਰਦੇ ਵਿੱਚ ਵੀ ਵਸ ਜਾਏ। ਮੇਰੇ ਸਤਿਗੁਰੂ ਦੇ ਦਰਸ਼ਨ ਜਿਹੜੇ ਆ ਉਹੀ ਆ, ਸਭ ਕੁਛ ਹੈ ਉਹ। Imagine next time you go to the Gurdwara Sahib, next time you stand in front of Satguru Ji, stand in the Sangat. Think about Balaki Das's Mata. This is the greatest gift, she says. You bless me with your darshan। ਹਾਂਜੀ। ਮਾਤਾ ਜੀ ਦੇ ਐਸੇ ਅਸਚਰਜ ਬਚਨ ਸੁਣ ਕੇ, listening to these wondrous words of ਮਾਤਾ ਜੀ, ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਜਿਹੜੀ ਆ ਉਹ ਮਾਤਾ ਜੀ ਦੇ ਉੱਤੇ ਵਰਸਾਈ ਆ। ਸੱਚੇ ਪਾਤਸ਼ਾਹ ਜੀ ਮਹਾਰਾਜ blesses ਬਲਾਕੀ ਦਾਸ his ਮਾਤਾ with their glance of grace। ਹਾਂਜੀ। ਤੇ ਪਾਤਸ਼ਾਹ ਮਹਾਰਾਜ ਕਹਿੰਦੇ ਮਾਤਾ ਤੂੰ ਤੇ ਸਾਰਾ ਕੁਝ ਹੀ ਮੰਗ ਲਿਆ। ਸਭ ਤੋਂ ਦੁਰਲੱਭ ਵਸਤੂ ਮੰਗ ਲਈ ਆ। You've asked for one of the greatest things in this world, the most expensive gift। ਹਾਂਜੀ। ਪਰ ਤੇਰਾ ਪ੍ਰੇਮ ਦੇਖ ਕੇ ਇਹ ਦਾਤ ਮੈਂ ਤੈਨੂੰ ਬਖਸ਼ ਦਿੱਤੀ ਹੈ। ਸੱਚੇ ਪਾਤਸ਼ਾਹ ਜੀ says, seeing your love, I bless you with this gift today। ਹਾਂਜੀ। ਜਦੋਂ ਇਹ ਇਸ਼ਨਾਨ ਕਰਕੇ ਮੇਰਾ ਧਿਆਨ ਜਦੋਂ ਬੈਠ ਕੇ ਧਰੇਗੀ ਨਾ, when you sit down after doing ਇਸ਼ਨਾਨ and you concentrate upon me, you focus upon me। ਹਾਂਜੀ। ਇਹ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਾਤਾ ਉਸ ਵੇਲੇ ਤੇਰੇ ਹਿਰਦੇ ਦੇ ਵਿੱਚ ਮੈਂ ਦਰਸ਼ਨ ਦਿਆ ਕਰਾਂਗਾ। When you, after washing your body, after getting up in the morning, taking your bath, when you sit down in concentration and you call out, you chant Vaheguru, Vaheguru, and you call out, Sache Padshah Ji Maharaj says, I will bless you with my vision in your heart. Every day you will see me. Every day you will experience me। ਹਾਂਜੀ। ਗੁਣਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ ਪ੍ਰੇਮ ਦੇ ਵਸ ਨੇ। ਦਾਨ ਦੇ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਤੇ ਮੰਗ ਜਿਹੜੀ ਪੂਰੀ ਕਰ ਦਿੱਤੀ ਮਾਤਾ ਦੀ। ਮਾਤਾ ਜੀ ਇਜ਼ ਬlesed ਬਾਈ ਗੁਰੂ ਤੇਗ ਬਹਾਦਰ ਸਾਹਿਬ। ਹਰ ਪ੍ਰਕਾਰ ਕਰਕੇ ਆਨੰਦ ਬਖਸ਼ਿਆ ਮਾਤਾ ਨੂੰ।
ਇਸ ਜਗਤ ਰੂਪੀ ਸਮੁੰਦਰ ਤੋਂ ਪਾਰ ਕਰ ਦਿੱਤਾ। ਮਾਤਾ ਜੀ ਇਜ਼ ਬਲੈਸਡ ਬਾਈ ਸਤਿਗੁਰੂ ਜੀ। ਆਪਣੇ ਧਨ ਭਾਗ ਸਮਝੇ ਬਹੁਤ ਖੁਸ਼ ਹੋਈ ਵਰ ਲੈ ਕੇ। ਵਾਰ-ਵਾਰ ਧੰਨ ਗੁਰੂ ਤੇਗ ਬਹਾਦਰ ਕਹਿ ਰਹੀ ਹੈ, ਵਾਰ-ਵਾਰ ਕੁਰਬਾਨ ਜਾ ਰਹੀ ਹੈ। ਅਗੇਨ ਐਂਡ ਅਗੇਨ ਸ਼ੀ ਇਜ਼ ਪ੍ਰੇਜ਼ਿੰਗ ਦ ਗੁਰੂ। ਹਾਂਜੀ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ ਸੁਣੋ, ਇਫ ਸਮਵਨਸ ਮਾਈਂਡ ਇਜ਼ ਕਲਰਡ ਇਨ ਦ ਲਵ ਆਫ ਦ ਗੁਰੂ, ਜਿਸ ਦਾ ਮਨ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਵੇ। ਕਵਿਰਾਜ ਭਾਈ ਸੰਤੋਖ ਸਿੰਘ ਜੀ ਸਾਨੂੰ ਪੁੱਛਦੇ ਆ, ਕਹਿੰਦੇ ਸੰਗਤ ਜੀ, ਜਿਹਦੇ ਅੰਦਰ ਪ੍ਰੇਮ ਆ ਨਾ ਗੁਰੂ ਦਾ, ਉਹਦਾ ਕਲਿਆਣ, ਉਹਦਾ ਪਾਰ ਉਤਾਰਾ ਕਿਉਂ ਨਹੀਂ ਹੋਏਗਾ? ਹਾਊ ਕੈਨ that person not be liberated who is colored in the love of the Guru? ਹਾਂਜੀ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਢਾਕੇ ਵਿਖੇ ਰਹੇ ਨੇ। ਮਹਾਰਾਜ ਜੀ spends some time in that city। ਹਾਂਜੀ। ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਬਹੁਤ ਸੰਗਤਾਂ ਨੂੰ ਨਿਹਾਲ ਕੀਤਾ। With a glance of grace ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ blesses much of the ਸੰਗਤ। ਹਾਂਜੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜਾਣ ਦੀ ਤਿਆਰੀ ਕਰਦੇ ਆ। Then ਮਹਾਰਾਜ gets ready to leave that city। ਹਾਂਜੀ। ਸਾਰੇ ਸਿੱਖਾਂ ਨੂੰ ਹੁਕਮ ਦੇ ਦਿੱਤਾ ਬਈ ਭਾਈ ਸਿੱਖੋ ਤਿਆਰ ਹੋ ਜਾਓ, ਆਪਾਂ ਹੁਣ ਇੱਥੋਂ ਚਾਲੇ ਗਜਾਉਣੇ ਆ। ਮਹਾਰਾਜ ਜੀ gives the command to leave that city। ਹਾਂਜੀ। ਜਦੋਂ ਬਲਾਕੀ ਦਾਸ ਦੀ ਮਾਤਾ ਨੂੰ ਪਤਾ ਲੱਗ ਗਿਆ ਨਾ, ਸਤਿਗੁਰੂ ਜਾ ਰਹੇ ਨੇ, when ਮਾਤਾ ਜੀ finds out that Guru ji is leaving the city of ਢਾਕਾ, ਛੇਤੀ ਤੋਂ ਛੇਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਮਾਤਾ ਚੱਲ ਕੇ ਆਈ ਹੈ। Imagine that old woman, frail body, she comes as fast as she can to see the ਸਤਿਗੁਰੂ। ਹਾਂਜੀ। ਬਹੁਤ ਪ੍ਰੇਮ ਦੇ ਨਾਲ ਮਹਾਰਾਜ ਦੇ ਚਰਨਾਂ ਤੇ ਢਹਿ ਪਈ। Full of love, she falls down at the feet of the Guru। ਹਾਂਜੀ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਮੀਂਹ ਵਹਿ ਤੁਰਿਆ। From both her eyes tears ran down like rivers upon the feet of ਗੁਰੂ ਤੇਗ ਬਹਾਦਰ ਸਾਹਿਬ। ਇਹ ਸਤਿਗੁਰੂ, ਮੈਂ ਸੁਣਿਆ ਕਿ ਤੁਸੀਂ ਜਾ ਰਹੇ ਹੋ। I have learned that you are leaving। ਮਾਤਾ ਜੀ says। ਹਾਂਜੀ। ਸੱਚੇ ਪਾਤਸ਼ਾਹ ਮਹਾਰਾਜ ਮੇਰੇ ਹਿਰਦੇ ਦੇ ਵਿੱਚ ਇੱਕ ਅਭਿਲਾਸ਼ਾ ਰਹਿੰਦੀ ਹੈ। I have one desire left in my heart। ਹਾਂਜੀ। is the one which I've already said। ਪਹਿਲਾਂ ਮੈਂ ਆਪ ਜੀ ਤੋਂ ਇੱਕ ਇੱਛਾ ਜਿਹੜੀ ਪੂਰੀ ਕਰਾਈ ਸੀ। ਹਾਂਜੀ, ਉਹਦੇ ਬਾਰੇ ਦੱਸ ਰਿਹਾ ਮਾਤਾ ਜੀ। ਕਿ ਮੇਰੇ ਹਿਰਦੇ ਦੇ ਵਿੱਚ ਮੈਨੂੰ ਰੋਜ਼ ਦਰਸ਼ਨ ਦਿਓ। That is the first thing that Mata ji, remember when Guru Sahib Ji came, Mata ji says, I already begged for this gift to have your darshan daily, to have your blessed vision daily। ਹਾਂਜੀ। ਸੱਚੇ ਪਾਤਸ਼ਾਹ ਇੱਕ ਹੋਰ ਚੀਜ਼ ਮੰਗ ਰਹੀ ਆ। ਮਾਤਾ ਜੀ is asking for another thing। ਹਾਂਜੀ। ਤੇ ਸਤਿਗੁਰੂ ਜਾਓ ਨਾ, ਮਹਾਰਾਜ ਕਿਰਪਾ ਕਰੋ ਇੱਥੇ ਰਹਿ ਪਓ। ਮਾਤਾ ਜੀ says to Guru ji, do not leave, please stay here in this city। ਹਾਂਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਣ ਕੇ ਕਹਿੰਦੇ ਮਾਤਾ ਤੇਰਾ ਬਹੁਤ ਪ੍ਰੇਮ ਹੈ। ਮਾਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ replies, because of your great love। ਹਾਂਜੀ। ਇਸ ਕਰਕੇ ਅਸੀਂ ਤੇਰੇ ਘਰ ਆਏ ਸੀ। that is why I came to your house। ਹਾਂਜੀ। ਮਾਤਾ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਕਿ ਮਾਤਾ ਬਿਰਧ ਹੋ ਗਈਆਂ, ਉਮਰ ਤੇਰੀ ਬਤੀਤ ਹੋ ਗਈ ਆ।
Guru Sahib Ji says, "Oh Mata Ji, you are now old and frail." ਹਾਂਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਾਤਾ ਜਦੋਂ ਉਮਰ ਪੂਰੀ ਹੋਏਗੀ ਨਾ ਫਿਰ ਇਹਨੂੰ ਸਾਡੇ ਕੋਲ ਜਗ੍ਹਾ ਮਿਲੇਗੀ। When you leave this world, you will go to a great place. ਸ਼ੁਭ ਗਤੀ ਹੋਵੇਗੀ, you will be liberated। ਹਾਂਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਤਾ ਅਸੀਂ ਕਿੱਦਾਂ ਰਵਾਂਗੇ? ਅਸੀਂ ਬੜੇ ਕੰਮ ਕਰਨੇ ਆ। ਮਹਾਰਾਜ ਜੀ is saying, I have many things left to do। ਹਾਂਜੀ ਪਰ ਕਹਿੰਦੇ ਮਾਤਾ ਫਿਰ ਵੀ ਮੇਰੀ ਆਸਾ ਪੂਰੀ ਕਰਕੇ ਅੱਗੇ ਜਾਵਾਂਗੇ। Even though I have many things to do, I will bless you with this gift as well and then leave here। ਹਾਂਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ says ਕਹਿੰਦੇ ਮਾਤਾ ਮੇਰੀ ਤਸਵੀਰ ਬਣਾ ਲਾ। ਗੁਰੂ ਸਾਹਿਬ ਜੀ gives the ਆਗਿਆ gives the command, O Mata of Balaki Das, get a portrait made of me। ਹਾਂਜੀ ਇਹ ਬਣਾ ਮਾਤਾ ਜੇ ਬਣਾਉਣੀ ਆ ਜਿਸ ਤਰ੍ਹਾਂ ਅਸੀਂ ਹੁਣ ਆ ਸੁੰਦਰ ਪੁਸ਼ਾਕ ਪਾਈ ਹੈ ਇਸ ਤਰ੍ਹਾਂ ਦੀ ਤਸਵੀਰ ਬਣਾ ਲਾ। ਮੇਕ ਅ ਪੇਂਟਿੰਗ ਆਫ ਮੀ ਬਟ ਐਜ਼ ਆਈ ਐਮ ਰਾਈਟ ਨਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਸੇਜ਼ ਹਾਂਜੀ ਉਹ ਜਿਹੜਾ ਮੰਜਾ ਜਿੱਥੇ ਅਸੀਂ ਬੈਠੇ ਸੀ ਨਾ ਉਹਦੇ ਉੱਤੇ ਇਹ ਤਸਵੀਰ ਜਿਹੜੀ ਆ ਰੱਖ ਲਿਓ। ਤੇ ਉਹ ਮੰਜਾ ਜਿਹੜਾ ਪਵਿੱਤਰ ਹੋ ਜਾਏਗਾ ਉਹਦੇ ਉੱਤੇ ਤਸਵੀਰ ਰੱਖ ਕੇ ਤੇ ਉਸ ਤਸਵੀਰ ਨੂੰ ਮੇਰਾ ਰੂਪ ਜਾਣ ਕੇ ਪੂਜਿਓ। Many of us will be thinking, "ਇਹ ਇਸ ਤਰ੍ਹਾਂ ਕੀ ਹੈ, ਇਸ ਤਰ੍ਹਾਂ ਕੀ ਹੈ, ਆਹ ਕੀ ਹੈ?" That painting still exists, ਸਾਧ ਸੰਗਤ ਜੀ। ਉਹਦੇ ਦਰਸ਼ਨ ਹੋ ਸਕਦੇ ਆ। Dr. Tarlochan Singh ji has written about that. Dr. Anurag Singh ji has written about that. Mehma Prakash mentions it. Gaur Pratap Suraj mentions it. And the greatest thing is we still have it. You can still do darshan of that painting of the Satguru। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਸ ਤਸਵੀਰ ਦੀ ਪੂਜਾ ਕਰੀ ਵਰਸ਼ਿਪ ਪੇਂਟਿੰਗ। ਹਾਂਜੀ ਇਸ ਤਰ੍ਹਾਂ ਸਾਨੂੰ ਪੂਜਿਆ ਹੈ। ਹਾਂਜੀ ਇਸ ਤਰ੍ਹਾਂ ਜਾਣ ਲਿਓ ਕਿ ਸਾਡਾ ਦੂਸਰਾ ਸਰੀਰ ਹੈ। Every day you will get darshan internally and when you look at this painting you will get darshan externally। ਅੰਦਰ ਵੀ ਦਰਸ਼ਨਾਂ ਦਾ ਫਲ ਮਿਲੇਗਾ ਤੇ ਬਾਹਰ ਵੀ ਇਸ ਤਸਵੀਰ ਦੇ ਦਰਸ਼ਨ ਕਰਕੇ ਫਲ ਮਿਲੇਗਾ। ਜਦੋਂ ਅੰਤ ਦਾ ਸਮਾਂ ਹੋਏਗਾ ਮਾਤਾ ਮੇਰੇ ਵਿੱਚ ਤੂੰ ਆਣ ਕੇ ਮਿਲੇਗੀ। You will merge into me when you leave this world। ਹਾਂਜੀ ਮਾਤਾ ਨੇ ਇੱਕ ਸੈਕਿੰਡ ਹੀ ਨਹੀਂ ਲਾਇਆ ਉਸੇ ਵੇਲੇ ਭੱਜੀ ਗਈ। ਮਾਤਾ ਜੀ imagine this old woman at that moment straight away ਗੁਰੂ ਜੀ ਨੇ ਹੁਕਮ ਕੀਤਾ ਵੀ ਹੁਣੇ ਹੀ ਮਾਤਾ ਜੀ ਉਸੇ ਵੇਲੇ ਭੱਜੇ। ਮਾਤਾ ਜੀ went to find a painter ਚਿੱਤਰਕਾਰ ਨੂੰ ਲੱਭਣ ਭੱਜੇ ਮਾਤਾ ਜੀ। ਉਸ ਚਿੱਤਰਕਾਰ ਨੂੰ ਲੈ ਆਂਦਾ। ਮਾਤਾ ਜੀ brings a painter there where the guru was। ਹਾਂਜੀ ਬਹੁਤ ਮਾਇਆ ਦੇ ਕੇ ਮਾਤਾ ਜੀ ਨੇ ਕਿਹਾ ਹੈ। ਤਾਂ ਸਵਾਰ ਕੇ ਤਸਵੀਰ ਤਿਆਰ ਕਰ ਹੁਣ ਚਿੱਤਰਕਾਰਾ। ਮਾਤਾ ਜੀ says to that painter, I give you all the wealth you ask for, make a beautiful painting of my Satguru। ਹਾਂਜੀ ਬਹੁਤ ਚਾਅ ਦੇ ਨਾਲ ਬੜੇ ਉਮਾਹ ਦੇ ਨਾਲ ਉਹ ਸਿਆਣਾ ਜਿਹੜਾ ਚਿੱਤਰਕਾਰ ਲੱਗ ਪਿਆ। The painter was very wise and he started painting ਗੁਰੂ ਜੀ enthusiastically। ਹਾਂਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਮੱਥਾ ਟੇਕ ਕੇ ਤੇ ਬੈਠ ਗਿਆ। He bowed down to the Guru with love and then started। ਹਾਂਜੀ ਜਿਵੇਂ ਮਹਾਰਾਜ ਜੀ ਦੇ ਪਵਿੱਤਰ ਅੰਗ ਤੇ ਬਸਤਰ ਸਨ।
ਪ੍ਰੇਮ ਦੇ ਨਾਲ ਉਹ ਸਾਰੇ ਬਣਾਏ ਆ। As Maharaji's beautiful body and clothes were, in that way the painter made the painting, ਹਾਂਜੀ। When he's making the painting, ਉਹ ਪੇਂਟਿੰਗ ਤਸਵੀਰ ਬਣਾ ਰਿਹਾ ਨਾ, ਫਿਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਿਹਰੇ ਵੱਲ ਜਦੋਂ ਵੇਖਿਆ ਨਾ, ਸੱਚੇ ਪਾਤਸ਼ਾਹੀ ਜੀ ਦਾ ਜਿਹੜਾ ਚਿਹਰਾ ਸੀਗਾ, ਉਹ ਕਮਲ ਦੇ ਫੁੱਲ ਵਾਂਗੂ ਖਿੜਿਆ ਪਿਆ ਸੀ। Maharaji's beautiful face was blossoming like a lotus flower. It was so bright that he couldn't make that painting properly. He was trying again and again to paint their face, but he couldn't paint the face of Satguru Ji. इतने सुंदर नेत्र कमल सी सतगुरु दे ते ਉਹ ਬਣਾਏ ਨਹੀਂ ਸੀ ਜਾ ਰਹੇ। The eyes of the Guru couldn't be captured by this artist, ਹਾਂਜੀ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਚਿਹਰਾ ਤੇ ਨੇਤਰ ਕਮਲ ਉਹ ਨਹੀਂ ਬਣਾ ਸਕਿਆ। He couldn't make the eyes or the face of ਸਤਿਗੁਰੂ ਜੀ। Imagine that moment, ਸੋਚੋ ਪਿਆਰੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਉਹ ਜਿਹੜੀ ਕਲਮ ਕਹਿ ਲਓ ਜਾਂ if we use the English word brush, ਮਹਾਰਾਜ ਜੀ ਨੇ ਪਕੜ ਲਿਆ। ਸੱਚੇ ਪਾਤਸ਼ਾਹ ਜੀ takes the painting brush into their own hands, ਹਾਂਜੀ। ਮੁਕਤੀ ਦਾਤੇ ਸਤਿਗੁਰੂ ਨੇ ਉਹ ਕਲਮ ਉਹ ਜਿਸ ਦੇ ਨਾਲ ਉਹ ਤਸਵੀਰ ਬਣਾ ਰਿਹਾ ਸੀ ਆਪਣੇ ਹੱਥਾਂ 'ਚ ਫੜ ਲਈ। ਮਹਾਰਾਜ ਜੀ takes the painting brush in their own hands, ਹਾਂਜੀ। ਆਪਣੇ ਪਵਿੱਤਰ ਹੱਥਾਂ ਨਾਲ ਗੁਰੂ ਸਾਹਿਬ ਨੇ ਆਪਣੇ ਚਿਹਰੇ ਨੂੰ ਬਣਾਇਆ। ਮਹਾਰਾਜ ਜੀ painted their own face with their own hands, ਹਾਂਜੀ। ਜਿਹੜਾ ਵੀ ਦੇਖ ਰਿਹਾ ਨਾ ਉਸ ਤਸਵੀਰ ਵੱਲ, ਉਹ ਬਸ ਹੈਰਾਨ ਹੋ ਜਾਂਦਾ ਆ। Everyone who sees that painting is filled with wonder, ਹਾਂਜੀ। ਆਪਣੇ ਹੱਥਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਬਜ਼ੁਰਗ ਮਾਤਾ ਨੂੰ ਉਹ ਤਸਵੀਰ ਦਿੱਤੀ। With their own hands, Guru Ji gave that painting to ਮਾਤਾ ਜੀ। ਬੜੇ ਆਨੰਦ ਦੇ ਨਾਲ ਮਾਤਾ ਜੀ ਦਾ ਅੰਦਰ ਭਰਿਆ ਗਿਆ। She took that beautiful painting, ਉਹ ਸੁੰਦਰ ਤਸਵੀਰ ਮਾਤਾ ਜੀ ਨੇ ਲੈ ਲਈ। ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਉਹ ਤਸਵੀਰ ਦੇ ਦਰਸ਼ਨ ਕਰਨ ਲੱਗੀ। She starts looking at that beautiful painting, ਹਾਂਜੀ। ਜਦੋਂ ਵੇਖਦੀ ਆ ਨਾ the first time she looks at that painting, ਸੱਚੇ ਪਾਤਸ਼ਾਹ ਜੀ ਮਹਾਰਾਜ His blessed eyelids are closed. ਮਹਾਰਾਜ ਜੀ ਦੀ ਅੱਖ ਦੀਆਂ ਜਿਹੜੀਆਂ ਪਲਕਾਂ ਨਾ ਉਹ ਬੰਦ ਨੇ ਜਦੋਂ ਪਹਿਲੀ ਵਾਰ ਦੇਖਦੀ ਹੈ। ਦੇਖਦਿਆਂ ਜਦੋਂ ਮਾਤਾ ਤਸਵੀਰ ਵੱਲ ਵੇਖਦੀ ਹੈ ਨਾ, ਪਹਿਲਾਂ ਜਦੋਂ ਵੇਖਿਆ ਤੇ ਪਲਕਾਂ ਬੰਦ ਨੇ, ਮਾਤਾ ਦੇ ਦਰਸ਼ਨ ਕਰਦਿਆਂ ਦੋਵੇਂ ਅੱਖਾਂ ਖੁੱਲ ਗਈਆਂ ਸੱਚੇ ਪਾਤਸ਼ਾਹ ਜੀ ਦੇ ਨੇਤਰ ਕਮਲ। When she looks at the painting, firstly both of Maharaji's eyes are closed shut. In front of her eyes, she see the eyes of ਸੱਚੇ ਪਾਤਸ਼ਾਹ ਜੀ open. ਇਹੋ ਜਿਹੀ ਬਖਸ਼ਿਸ਼ ਵਰਤੀ ਮਹਾਰਾਜ ਦੀ। ਇਹ ਚੀਜ਼ ਦੇਖ ਕੇ, ਇਹ ਮਹਾਰਾਜ ਦਾ ਕੌਤਕ ਦੇਖ ਕੇ ਤੇ ਹੈਰਾਨ ਹੋ ਗਈ ਆ। ਸ਼ੀ ਇਜ਼ ਫਿਲਡ ਵਿਦ ਵੰਡਰ। ਪਿਆਰਿਓ ਤਸਵੀਰ ਤਾਂ ਅਸੀਂ ਵੀ ਦੇਖਦੇ ਹਾਂ। Somebody's put it in the chat box, you can see it. We do not have the eyes of Mata Ji, Balaki Das's Mata. That miracle was for her eyes because in her eyes was the love of the Satguru. ਪਿਆਰਿਓ ਉਹ ਤਸਵੀਰ ਦੇ ਵਿੱਚ ਉਹ ਜਿਹੜੀ ਕੌਤਕ ਵਰਤਿਆ ਉਹ ਮਾਤਾ ਬਲਾਕੀ ਦਾਸ ਦੀ ਮਾਤਾ ਦੀ ਸ਼ਰਧਾ ਦਾ ਚਮਤਕਾਰ ਸੀ। ਸਤਿਗੁਰੂ ਦੇ ਪ੍ਰੇਮ ਦਾ ਚਮਤਕਾਰ ਸੀ, ਹਾਂਜੀ। ਗੁਰੂ ਸਾਹਿਬ ਜੀ ਦੀ ਮੂਰਤ ਦੇ ਵਿੱਚ ਇਹ ਸ਼ਕਤੀ ਹੈ, ਇਹ ਪਾਵਰ ਹੈ, ਹਾਂਜੀ। ਆਪਣੇ ਹਿਰਦੇ ਦੇ ਵਿੱਚ ਇਹ ਨਿਸ਼ਚਾ ਕਰ ਲਿਆ, she has faith, this has nothing to do with me, this is the grace of my ਸਤਿਗੁਰੂ, ਹਾਂਜੀ। ਉਸ ਪਲੰਗ ਦੇ ਉੱਤੇ ਜਿੱਥੇ ਮਹਾਰਾਜ ਜੀ ਬਿਰਾਜੇ ਸਨ, ਉੱਥੇ ਇਹ ਤਸਵੀਰ ਮਾਤਾ ਜੀ ਨੇ ਸੁਸ਼ੋਭਿਤ ਕੀਤੀ ਹੈ। She installs this painting upon that bed where ਸੱਚੇ ਪਾਤਸ਼ਾਹ ਜੀ sat down, ਹਾਂਜੀ।
ਮਨ ਦੇ ਵਿੱਚ ਇਹ ਮੰਨ ਲਿਆ ਕਿ ਆਪ ਮੇਰਾ ਪੂਰਾ ਸਤਿਗੁਰੂ ਬੈਠਾ ਹੈ। ਜਦੋਂ ਕਿਤੇ ਮਾਤਾ ਜੀ ਦਰਸ਼ਨ ਕਰਦੇ ਹਨ, ਵhenever ਮਾਤਾ ਜੀ ਲੁਕਸ ਐਟ ਦ ਪੇਂਟਿੰਗ ਹਾਂਜੀ। ਕਦੇ ਮਹਾਰਾਜ ਜੀ ਦੀਆਂ ਪਲਕਾਂ ਬੰਦ ਹੋ ਜਾਂਦੀਆਂ, ਕਦੇ ਮਹਾਰਾਜ ਜੀ ਦੇ ਨੇਤਰ ਕਮਲ ਪ੍ਰਕਾਸ਼ ਹੋ ਜਾਂਦੇ ਆ। When Mata ji looks at the painting, sometimes the eyes open, sometimes the eyes close. Now, ਪਿਆਰਿਓ, you can interpret this in any way you want. This is to do with the love of Mata ji. It is her love. That is why she is seeing it. That is why we, at least I speak on my own behalf, cannot see it today. It is her love, it is her Sharda which makes that happen. Hanji. ਮਾਤਾ ਦਾ ਹਿਰਦਾ ਜਿਹੜਾ ਠੰਡਾ ਹੋ ਗਿਆ ਆ, ਅੰਦਰ ਸੁੱਖ ਮਿਲਿਆ। Her heart is cooled by seeing this painting and she is filled with love and happiness. ਹਾਂਜੀ। ਨੇਤਾ ਪ੍ਰਤੀ ਮਾਤਾ ਜੀ ਉਸ ਪਲੰਗ ਦੇ ਉਸ ਤਸਵੀਰ ਦੀ ਗੁਰੂ ਰੂਪ ਜਾਣ ਕੇ ਪੂਜਾ ਕਰਦੇ ਰਹੇ, ਖੁਸ਼ ਆਨੰਦ ਮਾਣਦੇ ਰਹੇ। ਮਾਤਾ ਜੀ would worship that palang where the Satguru sat. That painting made with the hands of Satguru ji, she would worship it every day. ਹਾਂਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਢਾਕਾ ਸ਼ਹਿਰ ਨੂੰ ਛੱਡ ਕੇ ਜਾਂਦੇ ਨੇ। ਮਹਾਰਾਜ ਜੀ ਲੀਵਸ that city। ਹਾਂਜੀ। ਨੇ ਜਿੱਥੇ ਰਾਜਾ ਰਾਮ ਸਿੰਘ ਦਾ ਡੇਰਾ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਚਲੇ ਜਾਂਦੇ ਆ। ਮਹਾਰਾਜ ਜੀ goes to where ਰਾਜਾ ਰਾਮ ਸਿੰਘ is encamped। ਪਿਆਰਿਓ, ਅੱਜ ਆਪ ਜੀ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੇ ਵਿੱਚੋਂ ਕਥਾ ਸਰਵਣ ਕੀਤੀ ਹੈ। ਜਿਨ੍ਹਾਂ ਨੇ ਪੜ੍ਹਨੀ ਆ ਇਹ ਕਥਾ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ 12ਵੀਂ ਰਾਸ ਦੇ ਚੌਥੇ ਤੇ ਪੰਜਵੇਂ ਅੰਸੂ ਵਿੱਚੋਂ ਜਿਹਦਾ ਪ੍ਰਸੰਗ ਲਿਆ ਹੈ। ਦੋਵੇਂ ਪ੍ਰਸੰਗ ਬੜੇ ਲੰਬੇਰੇ ਸੀ, ਇਸ ਕਰਕੇ ਥੋੜਾ ਵਿੱਚੋਂ ਕੱਟ ਕੇ ਆਪਾਂ ਇਹ ਕਥਾ ਸਰਵਣ ਕਰਾਈ ਆ। This is ਰਾਸ ਨੰਬਰ 12, ਅੰਸੂ ਨੰਬਰ 4 and 5 of ਗੁਰਪ੍ਰਤਾਪ ਸੂਰਜ ਪ੍ਰਕਾਸ਼। Anybody wants to read it, listen to the full ਕਥਾ। ਆਓ ਪਿਆਰਿਓ, ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਕਰੀਏ। ਸੱਚੇ ਪਾਤਸ਼ਾਹ ਮਹਾਰਾਜ, ਮਾਤਾ ਜੀ ਦੀ ਆਸਾ ਪੂਰੀ ਕਰਨ ਵਾਲਿਓ, ਕਿਰਪਾ ਕਰੋ ਸਾਡੀ ਵੀ ਆਸਾ ਪੂਰੀ ਕਰ ਦਿਓ। ਹੋ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਣਾਏ ਜਿਉ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਹੇ ਸਤਿਗੁਰੂ, ਪਲੀਜ਼ ਬਲੈਸ ਅਸ। ਹੇ ਗੁਰੂ ਤੇਗ ਬਹਾਦਰ, ਧਰਮ ਦੀ ਚਾਦਰ ਮਹਾਰਾਜ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ। Wherever you call out to Guru Tegh Bahadur, Guru Tegh Bahadur will be there standing with you at all times। ਆਓ ਪਿਆਰਿਓ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਲੀਜ਼ forgive my mistakes। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਜਿਨ੍ਹਾਂ ਨੇ ਪ੍ਰਬੰਧ ਕੀਤਾ ਕਥਾ ਦਾ, ਜਿਨ੍ਹਾਂ ਨੇ ਕਥਾ ਆਨਲਾਈਨ ਹੋ ਕੇ ਸਰਵਣ ਕੀਤੀ ਅਤੇ ਪਾਠੀ ਸਿੰਘ ਸਾਹਿਬਾਨ ਦਾ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪਲੀਜ਼ forgive my countless mistakes। ਸਾਧ ਸੰਗਤ ਜੀ, ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖੀ ਦੀ ਦਾਤ ਬਖਸ਼ਣ। ਪਲੀਜ਼ do a prayer for me that Satguru ji blesses me with the gift of Sikhi in this life। May I be able to even get one ਕਿਣਕਾ, even less than that of their grace। ਆਓ ਆਪਾਂ ਅਖੀਰਲੀ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਦਾ ਸ਼ਬਦ ਪੜ੍ਹਦੇ ਹਾਂ ਜੀ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे सम्राट अगम पूरन मोहे मया पार,
अंधकूप महाभयान नानक पार उतार आए प्रभ शरणागति कृपा निध दयाल एक पखर हर मन बस्त नानक होत न्याल कथा निता प्रत होत है सुन हो सिंह सुजान नानक गुरु गोबिंद सिंह सदा करे कल्याण नानक गुरु गोबिंद ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ, there were some questions that had also come in. ਜੇ ਤੁਸੀਂ ਆਪ ਜੀ, if you, I could read them out loud, or if ਹਾਂਜੀ you, ਹਾਂਜੀ ਹਾਂਜੀ ਜੀ, ਦੋ ਆਏ ਸੀ ਜੀ ਸਵਾਲ ਹਜੇ ਤਾਂ। ਪਹਿਲਾ ਜੀ, what are the non-nidiyan, and can you please explain how to get them? so if you those of you who don't have the Ishar Micromedia app, I would say to you ਸਾਰਿਆਂ ਨੂੰ ਕਿ download that Ishar Micromedia on Apple. I think it's Ishar Micromedia. I think it's Gurbani Unlimited, maybe. You can also download Mahan Kosh online these days. Babek Singh ji can put that into the chat box. There's Ishar Micromedia app on Apple and Gurbani Unlimited, I think, on Android. If you type that in, you type Nonid into there, you'll actually find it under Navnid or Nonid. There you are. Somebody's kindly put it up. So there are various types of 9 treasures which are said to be the Nid. Many different granths explain these in different ways. So if you look inside the Sanskrit granths and in Mahan Kosh, it gives the Nidya hai Padam, Mahapadam, Shank, Makar, Kachap, Mukand, Kand, Neel, and Vrach. And this is from a granth called Haravali. You have different Nidya as well. Nid just means treasure. And when you look at these treasures here, there's many different treasures which are mentioned. When it says, like when the word Chauda Lok comes up in Gurbani, it means 14 places or 14 realms. Then in other places it'll come up Tiralok, meaning 3 realms. Listen to this carefully. Nonid means all treasures. If you want to look up those individual treasures, you can go on to Mahan Kosh and look up each one of them individually. But it's a way of saying all treasures. When you say Nonid, it means all treasures. Although it literally means Nonid, it actually means all. Because when you're saying Chauda Lok, you're saying 14 realms. But when you read Japji Sahib, what does Guru Nanak Dev Ji say? Patala Patal Lak Agasa Agas Odak Odak Pal Thakke Ved Kahan Ikvat. Chauda Lok is an expression of saying the whole universe. In the same way, there are specific non-Nidya. I've given you the tools for looking them up. You can look them up. Gurbani Explorer for Android and Ishar Micromedia for Apple. You can go on there, type in Nonid, and the way you will type in is Nanna Uda, Udenwankar Nonid, that way. And there you can find what each of those specific Nidya, those treasures are. Mahapurush, who I have studied from, they tell me that this is a way of summating all the treasures of the world, of saying every khajana. And also this word Nonid is used in Sukhmani Sahib for Naam. Nonid Amrita Prabhakana. All of those Nidya, all of the treasures of the world can be exhausted. But there is a great Nonid, the greatest of all those Nidya, the greatest of all those treasures, which is the treasure of Naam. So saying Nonid, in fact, talks about all worldly treasures, and
the treasure of Naam as well, spiritual treasures. And I'll let you look that up yourself because I want you to get into. I've told you where to look it up. I've told you where to see them. All of you are sitting on here. You're more than savvy with technology. Mente pata hi nahi technology kiਵੇਂ ਵਰਤੀ ਦੀ ਆ. I'm from an old age. You can all go out and research this. So go on to Mahan Kosh, pick up the books written by your elders, and look these things up. I've given you a way of looking it up. Someone can even make a take a screenshot from Ishar Micromedia, the Nonid place in Mahan Kosh, and maybe even put it up here in the text so you can read it. I hope that answers your question, Hanji. हाँ जी, अगला सवाल जी. Mataji saw eyes open and close because of her prem. Would this also apply to any portrait of any of the Gurujis? ਇਹ ਤਾਂ experience ਦੀ ਗੱਲ ਆ. That is for experience. That is something personal. It's not really something that I can comment on. Sometimes on the path of spirituality, there's not yes and no answers. The path of spirituality, it depends very much upon your own sharda. So this is something which I cannot give you a yes or no about. It's something which you might want to speak to a Gurmukh who's close by you. It is there. I mean, this story is here in our Ityas. And, you know, I think the thing which to learn about it is how Satguruji Maharaj blesses us. Maharaj ji kiਵੇਂ ਚੱਲ ਕੇ ਆਉਂਦੇ ਆ, ਕਿਵੇਂ ਦਰਸ਼ਨ ਦਿੰਦੇ ਆ. I think that's the main thing to take out of this. And if you want to read more about paintings in Sikhi, there's a book called Sri Hazuri Maryada Prabodh. And in that Sri Hazuri Maryada Prabodh, there is a section about paintings. I would encourage all of you to read that. The reason why I'm directing you towards these books instead of answering your questions directly is because I hope maybe you will read them. So please do look up the chapter on pictures, on paintings of Satguruji's in Sri Hazuri Maryada Prabodh. Oh, this is really good. You say something and it comes up in the textbooks. Thank you. I think that's Bibek doing that. Hanji. Hanji, agla sawal ji. Can you please explain Dhyan? What is Dhyan and how to use it while reading Gurbani? So that is the $1 million question. Dhyan is sometimes translated like when I'm doing katha there. Obviously, I don't have time to go through Dhyan. What does Dhyan actually mean? Sometimes it's translated as concentration. Sometimes it's translated as focus. Really, it goes beyond all of these things. And completely absorbing yourself in one thing, completely just drowning in one thing. That is Dhyan. That is one simple way of saying it. And your second question, how to use Dhyan in Gurbani. So one way is of listening, taking your Dhyan back with the sound current of Gurbani when you're reading. Another way, and again, this is spirituality. These work in different ways for different people. For some people, it will be the meanings, remembering the meanings. For some people, it will simply be listening to the words. For some people, it will be breathing whilst reading Gurbani. So there are all these different ways. We're looking at the meanings, thinking of the Satguru who wrote that Gurbani. None of these are wrong. Use the tools which work for you. By the way, there's a translation of Mahan Kosh which is available in PDF. Just to go back to the original question. So there is an English translation of Mahan Kosh. I will send Bibek the link to that if you want to download that. I've looked up there whilst I've been speaking. Nonid is in there. It is, if you want to note this down, it's in volume number 3 on page 1713 of the English version of Mahan Kosh, which is
published by the Patiala University. Dhyan is a very deep topic. I don't think I have that much time to go through it today, but specifically talking about Dhyan in Gurbani, Guru Ram Das Ji Maharaj, when the Sikhs asked him this question, Maharaj says, firstly, love Gurbani like you love making money. Maharaj Ji put it very simply. Secondly, Maharaj says, think about the arth. What is the Guru saying and what am I doing? Keep weighing yourself up on the scales of Gurbani when you're reading Gurbani. That is another way of putting your dhyan into Gurbani. But dhyan is a very deep word. I don't want to dishonor that word by trying to answer the question quickly. So maybe another time I can come back and speak about that. Just completely looking at these words like dhyan, etc. But essentially, dhyan is just being absorbed in one thing. Anji. Hanji, can we go in a meditative state while doing Nitnem, or is it only when you do Nam Simran? Depends what you define as meditative state. When you go to the Gurdwara Sahib and you listen to Gurbani and it hits your heart and a tear runs down your eyes, what is that? Is it a meditative state? Well, how can you? It depends. It very much depends upon the word, but I would say sometimes you could be driving your car and a line from Gurbani comes through your head and it sets you on fire, so to speak, right? So yes, Nitnem karde hain, we can experience those states. And you know, for anyone who's into spirituality, the first book that you should read in English, if you can't read Punjabi, is Bhai Raghbir Singh Beer's Bandgi Nama. If you want to learn anything about spirituality, that is one of the first books to pick up and read. Please do read that. It will tell you, I mean, these states are all part of that. You could be walking along the path and filled with love. It could be a state of meditation, could come in, it comes into Naam Simran, comes into listening to Kirtan, comes into listening to Katha. It comes into all of those places. Hanji. Hanji, that's it for the questions. If any other Sangat has any questions, you can ask them in the form. I guess if Bhai Sabji is okay with it, you can also come on voice and ask Bhai Sabji directly. ਆਪਾਂ ਇਦਾਂ ਕਰਦੇ ਆ ਵੀਰ, ਸਾਡੇ ਨਾ ਇੱਥੇ 9:15 ਹੋ ਗਏ ਆ, ਰਾਤ ਪੈ ਗਈ ਆ, so ਇਸ ਕਰਕੇ I'm putting an email address into the text box. Anybody who has any questions, please feel free to email me. I ain't going to be sticking around any longer. I'm sorry ਸਾਧ ਸੰਗਤ ਜੀ, ਪਰ ਮੈਨੂੰ ਹੁਣ ਸੌਣਾ ਚਾਹੀਦਾ ਆ ਤੇ ਕੱਲ ਨੂੰ ਵੀ ਕਥਾ ਕਰਨੀ ਆ, ਗੁਰੂ ਸਾਹਿਬ ਕਿਰਪਾ ਕਰਨ। ਜੇ ਕੱਲ ਦਾ ਦਿਨ ਆਏਗਾ ਤੇ ਕਥਾ ਕਰਨੀ ਹੈ, but I'm more than happy for you to contact me through this email address. It's gurshabadvichar@gmail.com. It's in the text or Gurmat chat thing, so anyone can email me there. ਹਾਂਜੀ, ਸਮਾਪਤੀ ਕਰੀਏ। Hanji, बहुत धन्यवाद जी Bhai Sabji, especially coming on such a short notice. And especially thank you to the poster makers as well, Jagjit Singh and Tanpreet Singh ji, and just Sadh Sangat ji sare, and the Kirtanis as well. I believe Anasi Sangat will be doing Anand Sahib, and Vasadas Hogi ji, बहुत धन्यवाद जी। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ।